ਜਦੋਂ ਇੱਕ ਚਿਹਰੇ ਤੇ ਚੋਣਾਂ ਲੜੀਆਂ ਜਾਂਦੀਆਂ ਹਨ ਫਿਰ ਬਾਕੀ ਜਿਹੜੇ ਚਿਹਰੇ ਅਲੱਗ-ਅਲੱਗ ਹਲਕਿਆਂ ਤੋਂ ਜਿੱਤ ਕੇ ਆਉਂਦੇ ਹਨ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਦੱਬੀ ਜਾਂਦੀ ਅੱਜ ਉਹੀ ਵਿਰੋਧੀ ਕਹਿ ਰਹੇ ਹਨ ਕਿ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਤਾ ਲੱਗ ਗਿਆ ਸੀਗਾ ਕਿ ਪਾਰਟੀ ਹਾਰ ਰਹੀ ਹੈ ਤੇ ਉਹਨਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਰਿਹਾ ਤੇ ਭਗਵੰਤ ਮਾਨ ਨੂੰ ਮੂਹਰੇ ਕਰ ਦਿੱਤਾ 3 ਕਰੋੜ ਦੀ ਆਬਾਦੀ ਦੇ ਵਿੱਚੋਂ ਜੇਕਰ 22 ਲੱਖ ਲੋਕ ਉਹਨਾਂ ਨੂੰ ਰਿਸਪੌਂਡ ਕਰਦੇ ਨੇ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਗਿਣਤੀ ਆ ਜਿਹੜੀ ਤੁਸੀਂ ਗੱਲ ਮੋੜ ਕੱਟਣ ਵਾਲੀ ਕਰਦੇ ਸੀ ਉਹ ਕਾਫੀ ਦਿਨਾਂ ਤੋਂ ਖਾਰਜ ਹੋ ਗਈ ਸੀ ਕਿਉਂਕਿ ਮੋੜ ਕੱਟਣ ਵਾਲੇ ਜਿੰਨੇ ਕੁ ਮੋੜ ਸੀ ਉਹ ਰਸਤੇ ਬੰਦ ਹੋ ਚੁੱਕੇ ਸੀ ਇਹ ਚੋਣ ਪ੍ਰਚਾਰ ਦਾ ਇੱਕ ਵਧੀਆ ਨਵਾਂ ਤੇ ਨਵੇਕਲਾ ਜਿਹੜਾ ਆ ਉਦਮ ਸੀ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਸਫਲ ਨਜ਼ਰ ਆਉਂਦੀ ਆ ਇਦਾਂ ਸਮਝ ਲਓ ਕਿ ਇੱਕ ਹਫ਼ਤਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਵੀ ਹੋਰ ਮਿਲ ਗਿਆ ਇਧਰੋਂ ਉਧਰ ਜਾਣ ਲਈ ਤੇ ਉਧਰੋਂ ਇੱਧਰ ਜਾਣ ਲਈ ਬਹੁਤ ਸਾਰੇ ਤੰਜ਼ ਇਹਨਾਂ ਤੇ ਕੱਸੇ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਕਿ ਕੌਣ ਕਦੋਂ ਕਿੱਧਰੋਂ ਕਿਹੜੇ ਵੇਲੇ ਚਲਾ ਜਾਂਦਾ ਜੇ ਇਹਨਾਂ ਦੀ ਕਾਊਂਟਿੰਗ ਕੀਤੀ ਜਾਵੇ ਕਿ ਇਹਨਾਂ ਪਿਛਲੇ ਮਹੀਨੇ 1 ਮਹੀਨੇ ਦੇ ਅੰਦਰ ਕਿੰਨੇ ਲੀਡਰ ਕਿਹੜੀ ਪਾਰਟੀ ਛੱਡ ਕੇ ਕਿਹੜੇ ਪਾਸੇ ਗਏ ਤੇ ਇੰਨੀ ਗਿਣਤੀ ਪੂਰੇ ਸਾਲ ਦੇ ਵਿੱਚ ਵੀ ਕਦੇ ਕਿਸੇ ਹੋਰ ਮੁਲਕ 'ਚ ਨਹੀਂ ਹੋਣੀ ਜਿੰਨੀ ਭਾਰਤ ਦੇ ਵਿੱਚ ਇਸ ਵੇਲੇ ਨਜ਼ਰ ਆ ਰਹੀ ਆ ਜਦੋਂ ਟਿਕਟ ਮਿਲ ਗਈ ਫਿਰ ਪੈਸੇ ਦੀ ਮੰਗ ਵਾਲੀ ਗੱਲ ਜਿਹੜੀ ਆ ਉਹ ਜਾਇਜ਼ ਨਹੀਂ ਲੱਗਦੀ ਹਰ ਉਹ ਲੀਡਰ ਜਿਹੜਾ ਕਿਸੇ ਵੀ ਪਾਰਟੀ 'ਚ ਜੁੜਿਆ ਹੋਇਆ ਹੈ ਇਸ ਵੇਲੇ ਇਹ ਦੇਖ ਰਿਹਾ ਕਿ ਉਹ ਕਿੱਥੇ ਖੜਾ ਹੋਵੇ ਜਿੱਥੋਂ ਉਹਨੂੰ ਵੋਟਾਂ ਵੱਧ ਮਿਲਣ ਤੇ ਜਿੱਥੋਂ ਉਹ ਜਿੱਤ ਸਕੇ ਕਾਂਗਰਸ ਦੇ ਨੈਸ਼ਨਲ ਹੈਂਡਲ ਦੇ ਉੱਤੇ ਟਵਿੱਟਰ ਹੈਂਡਲ ਤੇ ਜਿਹੜੀ ਗੱਲ ਕੀਤੀ ਕਿ ਮੁੱਖ ਮੰਤਰੀ ਦਾ ਚਿਹਰਾ ਬੈਕ ਬੈਂਚਰ 'ਚੋਂ ਹੋਣਾ ਚਾਹੀਦਾ ਕਿਸੇ ਦੀ ਮੌਤ ਹੋ ਜਾਵੇ ਤੇ ਸਭ ਤੋਂ ਪਹਿਲਾਂ ਇਹੀ ਦੇਖਿਆ ਜਾਣ ਲੱਗ ਗਿਆ ਹੈ ਅਗਲੇ ਕੁਝ ਘੰਟਿਆਂ ਬਾਅਦ ਹੀ ਕਿ ਇਸ ਸੀਟ ਦਾ ਹੁਣ ਵਾਰਿਸ ਕੌਣ ਹੋਵੇਗਾ ਸੋ ਪਾਰਟੀ ਦੇ ਵਿੱਚ ਏਡੀ ਵੱਡੇ ਅਹੁਦੇ ਤੇ ਬੈਠੇ ਹੋਏ ਮੁੱਖ ਮੰਤਰੀ ਦੇ ਭਰਾ ਜਦੋਂ ਮੁੱਖ ਮੰਤਰੀ ਦਾ ਸਕਾ ਭਰਾ ਜਦੋਂ ਇੱਕ ਵੱਖਰੀ ਚੋਣ ਲੜਨ ਦੀ ਗੱਲ ਕਰੇ ਤੇ ਫਿਰ ਸਮੱਸਿਆ ਵੀ ਵੱਡੀ ਹੈ ਤੇ ਉਹਦੇ ਅਰਥ ਵੀ ਵੱਡੇ ਨੇ ਜੇਕਰ ਇੱਕ ਮੰਤਰੀ ਦੇ ਭਰਾ ਦੀ ਬਦਲੀ ਵੀ ਦੂਸਰਾ ਐਮਐਲਏ ਕਰਵਾ ਰਿਹਾ ਹੈ ਤੇ ਫਿਰ ਇਹ ਲੋਕ ਚੰਗੀ ਗਵਰਨੈਂਸ ਦੇਣ ਦੀਆਂ ਗੱਲਾਂ ਕਿਹੜੇ ਮੂੰਹ ਨਾਲ ਕਰਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਅੱਜ ਦੀ ਸਭ ਤੋਂ ਵੱਡੀ ਖਬਰ ਆਮ ਆਦਮੀ ਪਾਰਟੀ ਨੇ ਸੀਐਮ ਚਿਹਰੇ ਦਾ ਐਲਾਨ ਕੀਤਾ ਹੈ ਉਸ ਉੱਤੇ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਉਹ ਵੀ ਤੁਹਾਨੂੰ ਦੱਸਾਂਗੇ ਕਿਸਾਨਾਂ ਦੀ ਪਾਰਟੀ ਦਾ ਕੀ ਹਾਲ ਹੈ ਕੀ ਰਣਨੀਤੀ ਉਹਨਾਂ ਨੇ ਉਲੀਕੀ ਹੈ ਕੁੱਲ ਮਿਲਾ ਕੇ ਪੰਜਾਬ ਦੀ ਸਾਰੀ ਰਾਜਨੀਤੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਟੂਡੀਓ 'ਚ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਐਜ਼ ਐਨ ਐਕਸਪਰਟ ਅੰਮ੍ਰਿਤਪਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸੁਲੀਨ ਜੀ ਬਹੁਤ ਸ਼ੁਕਰੀਆ ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਇਆ ਸਤੌਜ ਦਾ ਜਾਇਆ ਸੀਐਮ ਦਾ ਚਿਹਰਾ ਅੱਜ ਐਲਾਨ ਦਿੱਤਾ ਗਿਆ ਆ ਇਹ ਹਾਵ ਭਾਵ ਹੋਣੇ ਨੇ ਅੱਜ ਆਮ ਆਦਮੀ ਪਾਰਟੀ ਦੇ ਆਖਰਕਾਰ ਕੇਜਰੀਵਾਲ ਨੇ ਪਟਾਰੀ ਚੋਂ ਕੱਢ ਹੀ ਲਿਆ ਭਗਵੰਤ ਮਾਨ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਗੱਲ ਤੁਸੀਂ ਕਹਿ ਦਿੱਤੀ ਆ ਘੋੜੀ ਤੁਸੀਂ ਗਾਤੀ ਭਗਵੰਤ ਮਾਨ ਦੀ ਤੇ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਐਲਾਨ ਦਿੱਤਾ ਗਿਆ ਤੁਸੀਂ ਇਦਾਂ ਸਮਝ ਲਓ ਭਈ 17 ਵਾਲੀ ਗਲਤੀ ਤੋਂ ਉਹਨਾਂ ਨੇ ਪਿੱਛਾ ਛੁਡਾ ਲਿਆ ਉਹ ਅੱਜ ਵੀ ਉਹਨਾਂ ਦੇ ਇੱਕ ਲੀਡਰ ਕਹਿ ਰਹੇ ਸੀ ਕਿ 17 'ਚ ਸਾਨੂੰ ਬਾਅਦ ਵਿੱਚ ਲੱਗਿਆ ਕਿ ਅਸੀਂ ਇਹ ਗਲਤੀ ਕੀਤੀ ਸੀ ਜਦੋਂ ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ ਜਾਂ ਚੋਣ ਕਮਿਸ਼ਨ ਦੀ ਗੱਲ ਕਰਦੇ ਹਾਂ ਚੋਣਾਂ ਦੇ ਪ੍ਰੋਸੈਸ ਦੀ ਗੱਲ ਕਰਦੇ ਹਾਂ ਤੇ ਅਸੀਂ ਬੜੇ ਦਿਨਾਂ ਤੋਂ ਇਹ ਗੱਲ ਕਰਦੇ ਹਾਂ ਪਹਿਲਾਂ ਵੀ ਹੋਰ ਵੀ ਸਾਰੇ ਇਸ ਲੋਕ ਜਿਹੜੇ ਨੇ ਰਾਜਨੀਤਿਕ ਮਾਹਰ ਨੇ ਉਹ ਇਸ ਗੱਲ ਨੂੰ ਸਮਝਦੇ ਤੇ ਜਾਣਦੇ ਨੇ ਕਿ ਚਿਹਰਾ ਐਲਾਨ ਵਾਲੀ ਜਿਹੜੀ ਗੱਲ ਆ ਉਹ ਇੱਕ ਪੋਲਿੰਗ ਦਾ ਹੀ ਸਟੰਟ ਤੁਸੀਂ ਉਹਨੂੰ ਕਹਿ ਸਕਦੇ ਹੋ ਵੋਟਾਂ ਲੈਣ ਦੀ ਪ੍ਰਕਿਰਿਆ ਦੇ ਵਿੱਚ ਕੋਈ ਫਾਇਦਾ ਦੇਣ ਵਾਲੀ ਚੀਜ਼ ਹੈ ਰਾਜਨੀਤਿਕ ਪੱਧਰ ਤੋਂ ਜੇਕਰ ਮੀਡੀਆ ਦੇ ਨਜ਼ਰੀਏ ਤੋਂ ਦੇਖੀਏ ਤੇ ਸਾਡਾ ਜਿਹੜੇ ਮੀਡੀਆ ਦੇ ਲੋਕ ਨੇ ਉਹਨਾਂ ਦਾ ਤਾਂ ਕੰਮ ਹੈ ਕਿ ਉਹਨਾਂ ਨੇ ਸਵਾਲ ਜਿਹੜੇ ਨੇ ਉਹ ਪੁੱਛਣੇ ਨੇ ਲੀਡਰਾਂ ਨੂੰ ਲੀਡਰ ਉਹਨਾਂ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੇ ਨੇ ਜਾਂ ਉਹਨਾਂ ਸਵਾਲਾਂ ਦੇ ਕੋਈ ਜਵਾਬ ਦੇ ਪਾਉਂਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਸੰਵਿਧਾਨ ਇਹ ਕਹਿੰਦਾ ਹੈ ਕਿ 117 ਐਮਐਲਏ ਵੱਖ-ਵੱਖ ਹਲਕਿਆਂ ਤੋਂ ਚੁਣ ਕੇ ਆਉਣੇ ਨੇ ਤੇ ਉਹਨਾਂ ਨੇ ਆਪਣਾ ਲੀਡਰ ਜਿਹੜਾ ਹੈ ਉਹ ਚੁਣਨਾ ਹੈ ਜੀ ਮੈਜੋਰਟੀ ਦੀ ਜਿਹੜੀ ਗੇਮ ਹੈ ਉਹ ਅੱਧ ਤੋਂ ਕੁਝ ਵੱਧ ਨੰਬਰ ਦੀ ਹੈ ਤੇ ਉਹਦੇ ਆਧਾਰ ਦੇ ਉੱਤੇ ਜਿਹੜਾ ਇਹ ਚਿਹਰਾ ਐਲਾਨਣ ਵਾਲੀ ਗੱਲ ਹੈ ਇਹ ਨਿਰੀ ਪੂਰੀ ਵੋਟਾਂ ਦੀ ਖੇਡ ਨਾਲ ਤੁਸੀਂ ਇਹਨੂੰ ਜੋੜ ਕੇ ਦੇਖ ਸਕਦੇ ਅਸੀਂ ਇਹਦੀ ਇੱਕ ਕਮੀ ਵੀ ਕੱਢਦੇ ਹਾਂ ਕਿ ਜਦੋਂ ਇੱਕ ਚਿਹਰੇ ਤੇ ਚੋਣਾਂ ਲੜੀਆਂ ਜਾਂਦੀਆਂ ਹਨ ਫਿਰ ਬਾਕੀ ਜਿਹੜੇ ਚਿਹਰੇ ਅਲੱਗ-ਅਲੱਗ ਹਲਕਿਆਂ ਤੋਂ ਜਿੱਤ ਕੇ ਆਉਂਦੇ ਹਨ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਦੱਬੀ ਜਾਂਦੀ ਹੈ ਜੀ ਪਾਰਟੀ ਦੇ ਨਜ਼ਰੀਏ ਤੋਂ ਵਿਪ ਜਾਰੀ ਹੁੰਦੇ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਲੋਕ ਸਭਾ ਜਾਂ ਵਿਧਾਨ ਸਭਾ ਜਾਂ ਰਾਜ ਸਭਾ ਦੇ ਵਿੱਚ ਦੇਖਦੇ ਹਾਂ ਜਿਹੜੀਆਂ ਕਿ ਫਿਰ ਅਸੀਂ ਬਹੁਤ ਵਾਰ ਗੱਲ ਕਰਦੇ ਹਾਂ ਕਿ ਉਹ ਲੋਕਤੰਤਰਿਕ ਨਾ ਹੋ ਕੇ ਅਲੋਕਤੰਤਰਿਕ ਲੱਗਦੀਆਂ ਨੇ ਜਾਂ ਲੋਕਤੰਤਰਿਕ ਪ੍ਰਕਿਰਿਆਵਾਂ ਨੂੰ ਢਾਹ ਲਾਉਣ ਵਾਲੀਆਂ ਲੱਗਦੀਆਂ ਹਨ ਜੀ ਜੇ ਤੁਹਾਡੀ ਅੱਜ ਦੇ ਸਵਾਲ ਦੀ ਗੱਲ ਕਰੀਏ ਜਾਂ ਅੱਜ ਦੇ ਸਭ ਤੋਂ ਵੱਡੀ ਖਬਰ ਦੀ ਗੱਲ ਕਰੀਏ ਤੇ ਇਹ ਗੱਲ ਬਿਲਕੁਲ ਠੀਕ ਹੈ ਕਿ
12 ਤਰੀਕ ਨੂੰ ਸ਼ਾਇਦ ਉਹਨਾਂ ਨੇ ਇੱਕ ਪ੍ਰੋਸੈਸ ਅਪਣਾਇਆ ਸੀ, ਪ੍ਰਚਾਰ ਦਾ ਇੱਕ ਵੱਖਰਾ ਜ਼ਰੀਆ ਉਹਨਾਂ ਨੇ ਲੱਭਿਆ ਸੀ। ਇੱਕ ਫੋਨ ਨੰਬਰ ਜਾਰੀ ਕਰਕੇ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਕਿ 17 ਤਰੀਕ ਸ਼ਾਮ ਤੱਕ ਤੁਸੀਂ ਇਸ ਨੰਬਰ ਤੇ ਆਪਣੀ ਰਾਏ ਦਿਓ ਤੇ ਉਸ ਰਾਏ ਦੇ ਅਧੀਨ ਅਸੀਂ ਚਿਹਰਾ ਜਿਹੜਾ ਆ ਉਹ ਐਲਾਨ ਕਰਾਂਗੇ। ਹਾਲਾਂਕਿ ਉਹਦੇ 'ਚ ਉਹਨਾਂ ਨੇ ਛੋਟੇ ਸਵਾਲ ਵਾਂਗ ਕੋਈ ਆਪਸ਼ਨਸ ਨਹੀਂ ਸੀ ਦਿੱਤੀਆਂ ਕਿ ਇਹ ਚਿਹਰੇ ਹੋ ਸਕਦੇ ਹਨ ਜੀ। ਆਮ ਆਦਮੀ ਪਾਰਟੀ ਦੇ ਚਿਹਰੇ ਦੀ ਉਹਨਾਂ ਨੇ ਮੰਗ ਕੀਤੀ ਸੀ ਤੇ ਹੈਰਾਨੀ ਦੀ ਗੱਲ ਤੁਸੀਂ ਕਹਿ ਸਕਦੇ ਆ ਕਿ ਲੋਕਾਂ ਦੀ ਭਾਵਨਾਵਾਂ ਦੀ ਗੱਲ ਹੈ, ਲੋਕਾਂ ਦਾ ਰਾਜਨੀਤੀ ਦੇ ਵਿੱਚ ਜੁੜਾਵ ਕਿੰਨਾ ਹੈ, ਲਗਾਵ ਕਿੰਨਾ ਹੈ ਤੇ ਲੀਡਰਾਂ ਪ੍ਰਤੀ ਮੋਹ ਕਿੰਨਾ ਹੈ। ਬਹੁਤ ਸਾਰੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਦਾ ਨਾਂ ਲਿਆ, ਹਾਲਾਂਕਿ ਉਹ ਹੋਰ ਕਿਸੇ ਪਾਰਟੀ ਦੇ ਲੀਡਰ ਨੇ ਜੀ, ਉਹ ਕਾਂਗਰਸ ਦਾ ਵੱਡਾ ਚਿਹਰਾ ਨੇ, ਉਹ ਆਪਣੀ ਡਿਮਾਂਡ ਕਰ ਰਹੇ ਹਨ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ। ਪਰ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਆ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ। 22 ਲੱਖ ਦੇ ਕਰੀਬ ਪਾਰਟੀ ਦੇ ਅੰਕੜਿਆਂ ਮੁਤਾਬਕ ਉਹਨਾਂ ਨੂੰ ਜਿਹੜੀ ਆ ਇਹ ਡੇਟਾ ਉਪਲਬਧ ਹੋਇਆ, ਜਿਨ੍ਹਾਂ ਨੇ ਇਹ ਡਿਮਾਂਡ ਜਿਹੜੀ ਉਹਨਾਂ ਤੋਂ ਕੀਤੀ ਕਿ ਕੌਣ ਮੁੱਖ ਮੰਤਰੀ ਦਾ ਚਿਹਰਾ ਹੋਵੇ। ਤੇ ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਦਾ ਵੀ ਨਾਮ ਲਿਆ ਤੇ ਜਦੋਂ ਕੇਜਰੀਵਾਲ ਸਾਹਿਬ ਇਸ ਸੂਚਨਾ ਇਹਦੀ ਦੇ ਰਹੇ ਸੀ, ਪ੍ਰੈਸ ਕਾਨਫਰੰਸ ਕਰ ਰਹੇ ਸੀ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ, ਤੇ ਉਹਨਾਂ ਨੇ ਦੱਸਿਆ ਕਿ ਉਹ ਜਿਹੜਾ ਮੇਰੇ ਨਾਮ ਵਾਲੇ ਅੰਕੜੇ ਸੀ ਉਹ ਬਾਹਰ ਕੱਢ ਦਿੱਤੇ ਗਏ ਨੇ। ਪਰ ਵਿਰੋਧੀ ਉਸ ਦਿਨ ਇਹ ਕਹਿੰਦੇ ਸੀ ਕਿ ਨੰਬਰ ਜਾਰੀ ਕਰਕੇ ਕੇਜਰੀਵਾਲ ਨੇ ਇੱਕ ਸਾਜ਼ਿਸ਼ ਰਚੀ ਹੈ ਭਗਵੰਤ ਮਾਨ ਨੂੰ ਲਾਂਭੇ ਕਰਨ ਦੀ, ਤੇ ਅੱਜ ਉਹੀ ਕੇਜਰੀਵਾਲ ਦੱਸ ਰਹੇ ਨੇ ਕਿ ਸਭ ਤੋਂ ਜ਼ਿਆਦਾ VOTING ਜਿਹੜੀ ਆ 22 ਲੱਖ ਲੋਕਾਂ ਨੇ ਵੋਟ ਕੀਤੀ, ਉਹਦੇ ਚੋਂ 2,80,000 ਲੋਕਾਂ ਨੇ ਕੇਜਰੀਵਾਲ ਦਾ ਨਾਮ ਲਿਆ, ਬਾਕੀ ਸਾਰਿਆਂ ਨੇ ਭਗਵੰਤ ਮਾਨ ਦਾ ਨਾਮ ਲਿਆ। ਦੇਖੋ, ਜਦੋਂ ਤੁਸੀਂ ਕਿਸੇ ਚੀਜ਼ ਦਾ ਵਿਰੋਧ ਕਰਨਾ ਹੈ ਫਿਰ ਤੁਹਾਡੇ ਕੋਲ ਬਹੁਤ ਸਾਰੇ ਨੁਕਤੇ ਹਨ। ਅੱਜ ਉਹੀ ਵਿਰੋਧੀ ਕਹਿ ਰਹੇ ਹਨ ਕਿ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਤਾ ਲੱਗ ਗਿਆ ਸੀਗਾ ਕਿ ਪਾਰਟੀ ਹਾਰ ਰਹੀ ਆ ਤੇ ਉਹਨਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਰਿਹਾ ਤੇ ਭਗਵੰਤ ਮਾਨ ਨੂੰ ਮੂਹਰੇ ਕਰ ਦਿੱਤਾ। ਸੋ ਵਿਰੋਧੀਆਂ ਕੋਲ ਬਣਾਉਣ ਲਈ ਬਹੁਤ ਸਾਰੀਆਂ ਗੱਲਾਂ ਨੇ ਤੇ ਉਹਨਾਂ ਨੂੰ ਬਣਾਉਣੀਆਂ ਵੀ ਚਾਹੀਦੀਆਂ ਨੇ। ਵੋਟਾਂ ਹਾਲੇ ਹੋਣੀਆਂ ਨੇ, ਲੋਕਾਂ ਨੇ ਹਾਲੇ ਮਨ ਬਣਾਉਣਾ ਹੈ ਕਿ ਕਿਹਨੂੰ ਵੋਟ ਕਰਨੀ ਹੈ, ਕਿਹਨੂੰ ਨਹੀਂ ਕਰਨੀ। ਕੀ ਪਤਾ ਕਿਸ ਲੀਡਰ ਦੀ ਕਹੀ ਹੋਈ ਗੱਲ ਕਿਸੇ ਵੋਟਰ ਨੂੰ ਚੰਗੀ ਲੱਗੇ ਤੇ ਉਹਨੂੰ ਉਹ ਵੋਟ ਪਾਉਣ ਦਾ ਜਿਹੜਾ ਮਨ ਬਣਾ ਲਏ। ਪਰ ਜਿਸ ਹਿਸਾਬ ਨਾਲ ਕੇਜਰੀਵਾਲ ਨੇ ਉਦੋਂ ਕਿਹਾ ਸੀ ਕਿ ਮੈਂ ਤਾਂ ਭਗਵੰਤ ਮਾਨ ਨੂੰ ਹੀ ਚਿਹਰਾ ਐਲਾਨਣਾ ਚਾਹੁੰਦਾ ਸੀ, ਪਰ ਭਗਵੰਤ ਨਹੀਂ ਮੰਨਿਆ, ਭਗਵੰਤ ਚਾਹੁੰਦਾ ਹੈ ਕਿ ਲੋਕਾਂ ਦੀ ਰਾਏ ਲਈ ਜਾਵੇ। ਉਸ ਦਿਨ ਲੱਗਦਾ ਸੀ ਕਿ ਕਹਾਣੀ ਕੋਈ ਹੋਰ ਨਾ ਮੋੜ ਕੱਟ ਲੇ, ਕਿਤੇ ਦਿੱਲੀ ਵਾਲਾ ਮੁੱਖ ਮੰਤਰੀ ਪੰਜਾਬ ਚ ਨਾ ਜੇ। ਦੇਖੋ, ਇਸੇ ਕਰਕੇ ਮੈਂ ਜਿਹੜੀ ਸ਼ੁਰੂਆਤ ਚ ਗੱਲ ਕੀਤੀ ਜਾਂ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਨੇ ਕਿ ਉਹਨਾਂ ਨੇ ਹਫ਼ਤੇ ਲਈ ਇੱਕ ਪ੍ਰਚਾਰ ਦਾ, ਇੱਕ ਪ੍ਰਸਾਰ ਦਾ ਲੋਕਾਂ ਦੇ ਵਿੱਚ ਇੱਕ ਨਵਾਂ ਤਰੀਕਾ ਲੱਭ ਲਿਆ ਸੀ। ਤੁਸੀਂ ਸਮਝੋ 22 ਲੱਖ ਨੂੰ ਤੁਸੀਂ ਝੂਠ ਮੰਨ ਲਓ, ਸੱਚ ਮੰਨ ਲਓ, ਉਹ ਤਾਂ ਜੇ ਉਹ ਮੰਗੋ ਤੇ ਉਹ ਤੁਹਾਨੂੰ ਦਿਖਾ ਵੀ ਦੇਣਗੇ। ਮੈਨੂੰ ਲੱਗਦਾ ਹੈ ਕਿ ਇੰਨੇ ਕੁ ਲੋਕਾਂ ਨੇ ਫੋਨ ਕਾਲ ਜਾਂ ਮੈਸੇਜ ਜਾਂ ਟੈਕਸਟ ਮੈਸੇਜ ਜਾਂ WhatsApp ਮੈਸੇਜ ਜਿਹੜੇ ਉਹਨਾਂ ਨੂੰ ਕਰ ਦਿੱਤੇ ਹੋਣਗੇ, ਕਿਉਂਕਿ ਲੋਕਾਂ ਦਾ ਰਾਜਨੀਤੀ ਦੇ ਵਿੱਚ ਰੁਝਾਨ ਜਿਹੜਾ ਆ ਉਹ ਕਾਫੀ ਆ। 3 ਕਰੋੜ ਦੀ ਆਬਾਦੀ ਦੇ ਵਿੱਚੋਂ ਜੇਕਰ 22 ਲੱਖ ਲੋਕ ਉਹਨਾਂ ਨੂੰ ਰਿਸਪੌਂਡ ਕਰਦੇ ਨੇ ਤੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡੀ ਗਿਣਤੀ ਆ ਜੀ। ਸੋ ਉਸ ਨਜ਼ਰੀਏ ਤੋਂ ਉਹਨਾਂ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ, ਕਿਉਂਕਿ ਰੈਲੀਆਂ ਤੁਸੀਂ ਕਰ ਨਹੀਂ ਸਕਦੇ, ਰੋਡ ਸ਼ੋਅ ਤੁਸੀਂ ਕਰ ਨਹੀਂ ਸਕਦੇ, ਲੋਕਾਂ 'ਚ ਤੁਸੀਂ ਰਸ਼ ਲੈ ਕੇ ਜਾ ਨਹੀਂ ਸਕਦੇ, ਤੇ ਲੋਕ ਅਗਰ ਤੁਹਾਨੂੰ ਆਪ ਫੋਨ ਕਰਦੇ ਨੇ ਤਾਂ ਇੱਕ ਡੇਟਾਬੇਸ ਉਹਨਾਂ ਕੋਲ ਇਸ ਚੀਜ਼ ਲਈ ਲੈ ਕੇ ਡਿਵੈਲਪ ਹੋਇਆ ਹੈ ਜੀ। ਇਸੇ ਡੇਟਾਬੇਸ ਦੇ ਉੱਤੇ ਉਹ ਕਾਫੀ ਦਿਨਾਂ ਤੱਕ ਜਿਹੜੇ ਨੇ, ਜਦ ਤੱਕ ਚੋਣਾਂ ਹੋਣੀਆਂ ਨੇ 20 ਤਰੀਕ ਤੱਕ, ਕਿਉਂਕਿ ਗੱਲ 14 ਤੋਂ 20 ਤੱਕ ਦੀ ਕੱਲ ਜਿਹੜੀ ਆ ਵੱਧ ਗਈ ਆ। ਅਸੀਂ ਜਾਣਦੇ ਹਾਂ ਕਿ ਇੱਕ ਖਾਸ ਕਿਸਮ ਦੀ ਮੰਗ ਪੰਜਾਬ 'ਚੋਂ ਉੱਠੀ ਸੀ ਤੇ ਉਹਦੀ ਪ੍ਰੋੜਤਾ ਜਿਹੜੀ ਆ ਫਿਰ ਸਾਰੀਆਂ ਹੀ ਪਾਰਟੀਆਂ ਨੇ ਕੀਤੀ ਤੇ ਇਲੈਕਸ਼ਨ ਦੀ ਤਰੀਕ ਜਿਹੜੀ ਉਹ ਵਧਾ ਦਿੱਤੀ ਗਈ ਜੀ। ਤੇ ਇਸ ਨਜ਼ਰੀਏ ਤੋਂ ਉਸ 22 ਲੱਖ ਦਾ ਡੇਟਾਬੇਸ ਜਿਹੜਾ ਹੈ, ਜੇ ਉਹਦੇ ਚੋਂ ਕੁਝ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ 2 ਵਾਰ ਜਾਂ 3 ਵਾਰ ਵੀ ਮੈਸੇਜ ਜਾਂ ਫੋਨ ਕਾਲ ਕੀਤੇ ਹੋਣਗੇ, ਤੇ ਇਹ ਜਿਹੜਾ ਡੇਟਾ ਆ ਮੈਨੂੰ ਲੱਗਦਾ ਹੈ ਕਿ ਫਿਲਟਰ ਕਰਕੇ ਹੀ 21 ਲੱਖ ਸਮਥਿੰਗ ਜਾਂ 22 ਲੱਖ ਦੇ ਨੇੜੇ ਤੇੜੇ ਲਿਆਂਦਾ ਗਿਆ ਹੋਵੇਗਾ ਤੇ ਇਹਨੂੰ ਉਹ ਪ੍ਰਚਾਰ ਪ੍ਰਸਾਰ ਲਈ ਵਰਤਣਗੇ। ਜਿਹੜੀ ਤੁਸੀਂ ਗੱਲ ਮੋੜ ਕੱਟਣ ਵਾਲੀ ਕਰਦੇ ਸੀ ਉਹ ਕਾਫੀ ਦਿਨਾਂ ਤੋਂ ਖਾਰਜ ਹੋ ਗਈ ਸੀ, ਕਿਉਂਕਿ ਮੋੜ ਕੱਟਣ ਵਾਲੇ ਜਿੰਨੇ ਕੁ ਮੋੜ ਸੀ ਉਹ ਰਸਤੇ ਬੰਦ ਹੋ ਚੁੱਕੇ ਸੀ। ਚਾਹੇ ਉਹ ਕੁਝ ਵੱਡੇ ਵਪਾਰੀ ਹੋਣ, ਚਾਹੇ ਉਹ ਫਿਲੈਂਥਰੋਪਿਸਟ ਹੋਣ, ਚਾਹੇ ਉਹ ਕਿਸਾਨ ਨੇਤਾ ਹੋਣ, ਚਾਹੇ ਉਹ ਅਰਵਿੰਦ ਕੇਜਰੀਵਾਲ ਦਾ ਆਪਣਾ ਨਾਮ ਹੋਵੇ, ਚਾਹੇ ਕੁਝ ਮਹੀਨਾ ਕੁ ਪਹਿਲਾਂ ਇਹੋ ਜਿਹੀਆਂ ਖਬਰਾਂ ਵੀ ਆਈਆਂ ਸੀ ਕਿ ਕੇਜਰੀਵਾਲ ਸਾਹਿਬ ਦੀ ਜਿਹੜੀ ਮਿਸਿਸ ਨੇ ਉਹਨਾਂ ਦੀ ਵੀ ਵੋਟ ਪੰਜਾਬ ਵਿੱਚ ਕਿਸੇ ਹਲਕੇ 'ਚ ਬਣਾ ਲਈ ਗਈ ਹੈ, ਸ਼ਾਇਦ ਉਹ ਵੀ ਆਉਣ। ਉਹ ਸਾਰੀਆਂ ਚੀਜ਼ਾਂ ਨੂੰ ਬਰਾਮ ਜਿਹੜਾ ਆ ਕੁਝ ਦਿਨ ਪਹਿਲਾਂ ਲੱਗ ਚੁੱਕਾ ਸੀ। ਅੱਜ ਦੀ ਜੇ ਸਟੇਜ ਤੋਂ ਸਾਰੀ ਕਾਰਵਾਈ ਨੂੰ ਤੁਸੀਂ ਦੇਖੋ, ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਨੇ ਸਾਰੀਆਂ ਅਨਾਉਂਸਮੈਂਟ ਕੀਤੀਆਂ, ਭਗਵੰਤ ਮਾਨ ਨੇ ਜਦੋਂ ਸਟੇਜ ਦੇ ਉੱਤੇ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ, ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੇ ਨੈਲਸਨ ਮੰਡੇਲਾ ਦੀ ਗੱਲ ਕਰੀ, ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਕਰੀ, ਅਬਦੁਲ ਕਲਾਮ ਆਜ਼ਾਦ ਰਾਸ਼ਟਰਪਤੀ ਸਾਹਿਬ ਦੇ ਜਿਹੜੇ ਸੁਪਨਿਆਂ ਦਾ ਇੱਕ ਕੋਟ ਉਹਨਾਂ ਨੇ ਕੀਤਾ। ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੱਗਦਾ ਸੀਗਾ ਕਿ ਇਹ ਜਿਹੜਾ ਸਾਰਾ ਦਾਰੋ ਮਦਾਰ ਸੀ, ਇਹ ਜਿਹੜਾ ਸਾਰਾ ਸਿਸਟਮ ਇੱਕ ਹਫ਼ਤੇ ਲਈ ਬਣਾਇਆ ਹੋਇਆ ਸੀ, ਇਹ ਪ੍ਰਚਾਰ ਪ੍ਰਸਾਰ ਦਾ ਸੀ ਤੇ ਉਹਦੇ ਵਿੱਚ
ਦਿੱਲੀ ਦੀ ਬਣਾਈ ਹੋਈ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਫਲ ਨਜ਼ਰ ਆਉਂਦੀ ਆ ਜੀ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਛਵੀ ਆ ਉਹ ਕਮੇਡੀਅਨ ਵਾਲੀ ਜਾਂ ਘੱਟ ਸੰਜੀਦਾ ਰਾਜਨੀਤਿਕ ਵਾਲੀ ਸੀ ਜੀ। ਤੇ ਅੱਜ ਜਿਹੋ ਜਿਹਾ ਭਾਸ਼ਣ ਉਹਨਾਂ ਨੇ ਆਪਣੀ ਅਨਾਉਂਸਮੈਂਟ ਤੋਂ ਬਾਅਦ ਦਿੱਤਾ ਉਹਦੇ ਤੋਂ ਉਹਨਾਂ ਨੇ ਉਸ ਛਵੀ ਨੂੰ ਤੋੜਨ ਦੀ ਵੀ ਜਿਹੜੀ ਆ ਕੋਸ਼ਿਸ਼ ਕੀਤੀ ਤੇ ਉਹ ਸਫਲ ਕਿੰਨੇ ਹੁੰਦੇ ਨੇ ਉਹ ਬਾਅਦ ਦੀ ਗੱਲ ਹੈ। ਉੱਥੇ ਸਟੇਜ ਦੇ ਉੱਤੇ ਉਹਨਾਂ ਦੀ ਭੈਣ ਤੇ ਉਹਨਾਂ ਦੀ ਮਾਤਾ ਨੂੰ ਵੀ ਲੈ ਕੇ ਆਂਦਾ ਗਿਆ, ਉਹਨਾਂ ਦੇ ਭਾਵੁਕ ਪਲ ਵੀ ਦਿਖਾਏ। ਉਹ ਸਾਰੀਆਂ ਚੀਜ਼ਾਂ ਤੋਂ ਇਹ ਲੱਗਦਾ ਕਿ ਇਹ ਇੱਕ ਅਨਾਉਂਸਮੈਂਟ ਨਾ ਹੋ ਕੇ ਇਹ ਚੋਣ ਪ੍ਰਚਾਰ ਦਾ ਇੱਕ ਵਧੀਆ ਨਵਾਂ ਤੇ ਨਵੇਕਲਾ ਜਿਹੜਾ ਆ ਉਦਮ ਸੀ ਤੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਸਫਲ ਨਜ਼ਰ ਆਉਂਦੀ ਆ। ਜੇ ਸਵਲੀਨ ਜੀ ਗੱਲ ਭਗਵੰਤ ਮਾਨ ਦੀ ਕਰੀਏ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਪੱਖ 'ਚ ਜਾਂਦੀਆਂ ਨੇ। ਨੌਜਵਾਨ ਨੇ, ਪੜ੍ਹੇ ਲਿਖੇ ਨੇ, ਪੰਜਾਬ ਦੀ ਰਾਜਨੀਤੀ ਨੂੰ ਸਮਝਦੇ ਨੇ, ਤੇਜ਼ ਤਰਾਰ ਨੇ ਤੇ ਬੁਲਾਰੇ ਬਹੁਤ ਵਧੀਆ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਗ੍ਰੈਜੂਏਸ਼ਨ ਵੀ ਸ਼ਾਇਦ ਉਹਨਾਂ ਨੇ ਕੀਤੀ ਹੋਈ ਆ ਤੇ ਸਟਾਇਰ ਦੇ ਉਹ ਮਾਹਰ ਨੇ। ਵਿਅੰਗ ਕਰਨਾ, ਕਿਸੇ ਵੀ ਚੀਜ਼ ਦੇ ਉੱਤੇ ਤੰਜ਼ ਕੱਸਣਾ ਉਹਨਾਂ ਤੋਂ ਬਿਹਤਰ ਕਿਸੇ ਨੂੰ ਨਹੀਂ ਆਉਂਦਾ ਤੇ ਬਹੁਤ ਲੰਬਾ ਸਮਾਂ ਉਹਨਾਂ ਨੇ ਕਾਮੇਡੀ ਦੇ ਵਿੱਚ ਜਾਂ ਸਟਾਇਰ ਦੇ ਵਿੱਚ ਜਾਂ ਵਿਅੰਗ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਆਪਣਾ ਕਿੱਤਾ ਵੀ ਬਣਾ ਕੇ ਰੱਖਿਆ। ਚਾਹੇ ਉਹ ਕੁਲਫੀ ਗਰਮਾ ਗਰਮ ਹੋਵੇ ਤੇ ਚਾਹੇ ਉਹ ਖਰੀਆਂ ਖਰੀਆਂ ਹੋਣ, ਇਹੋ ਜਿਹੀਆਂ ਆਡੀਓ ਟੇਪਸ ਵੀ ਉਹਨਾਂ ਨੇ ਦਿੱਤੀਆਂ। ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਜੁਗਨੂ ਦਾ ਕਰੈਕਟਰ ਉਹਨਾਂ ਨੇ ਨਿਭਾਇਆ। ਬਹੁਤ ਸਾਰੇ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। 2011 'ਚ ਸਭ ਕੁਝ ਛੱਡ ਕੇ ਫਿਰ ਸਿਆਸਤ 'ਚ ਆ ਗਏ। ਬਿਲਕੁਲ, ਆਮ ਆਦਮੀ ਪਾਰਟੀ ਤੋਂ ਪਹਿਲਾਂ ਜਦੋਂ ਪੀਪਲਜ਼ ਪਾਰਟੀ ਆਫ ਪੰਜਾਬ ਮਨਪ੍ਰੀਤ ਬਾਦਲ ਨੇ ਬਣਾਈ ਤੇ ਪੰਜਾਬ ਦੇ ਇਤਿਹਾਸ ਦੇ ਵੱਡੇ ਇਕੱਠਾਂ ਚੋਂ ਖਟਕੜ ਕਲਾਂ ਵਿਖੇ ਇਕੱਠ ਹੋਇਆ ਤੇ ਉੱਥੇ ਵੀ ਕੇਸਰੀ ਪੱਗ ਬੰਨ੍ਹ ਕੇ ਭਗਵੰਤ ਸਿੰਘ ਮਾਨ ਮਨਪ੍ਰੀਤ ਬਾਦਲ ਦੇ ਸਭ ਤੋਂ ਨੇੜੇ ਨਜ਼ਰ ਆਏ। 2011 ਚੋਂ ਪਾਰਟੀ ਬਣੀ। 2012 ਦੀਆਂ ਸੀਟ ਇਲੈਕਸ਼ਨ ਜਿਹੜੀਆਂ ਵਿਧਾਨ ਸਭਾ ਦੀਆਂ ਸੀਗੀਆਂ ਉਹਦੇ ਚੋਂ ਹਾਰੇ ਲਹਿਰਾ ਸੀਟ ਤੋਂ। 2014 ਤੋਂ ਸੰਗਰੂਰ ਦੀ ਉਹਨਾਂ ਦੀ ਜਿਹੜੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ। ਫਿਰ 2017 ਦੇ ਵਿੱਚ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਕਰੜੀ ਟੱਕਰ ਦੇਣੀ ਤੇ ਸਿਰਫ 19,000 ਦੇ ਫਰਕ ਨਾਲ ਉੱਥੋਂ ਹਾਰਨਾ। ਫਿਰ 2019 ਦੇ ਵਿੱਚ ਲੋਕ ਸਭਾ ਦੇ ਵਿੱਚ ਦੁਬਾਰਾ ਜਿੱਤ ਕਰਨੀ, ਉਹ ਉਹਨਾਂ ਦੇ ਖਾਤੇ ਦੇ ਵਿੱਚ ਜਾਂਦੀਆਂ ਨੇ। 2017 ਦੀਆਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਲਗਭਗ ਸਾਰੀ ਹੀ ਆਮ ਆਦਮੀ ਪਾਰਟੀ ਨੇ ਉਹਨਾਂ ਪ੍ਰਚਾਰ ਨਹੀਂ ਕੀਤਾ ਜਿੰਨਾ ਇਕੱਲੇ ਭਗਵੰਤ ਮਾਨ ਨੇ ਪੂਰੇ ਪੰਜਾਬ 'ਚ ਕੀਤਾ। ਬਿਲਕੁਲ, 8 ਮਈ 2017 ਨੂੰ ਫਿਰ ਉਹ ਪੰਜਾਬ ਦੇ ਆਪ ਪ੍ਰਧਾਨ ਵੀ ਬਣ ਗਏ। ਜੀ ਬਿਲਕੁਲ। ਜੇਕਰ ਗੱਲ ਕਰੀਏ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੀ ਤੇ ਹੁਣ ਉਹਨਾਂ ਨੇ ਆਪ ਹੀ ਕਿਹਾ ਕਿ ਮੇਰੀਆਂ ਗਲਤੀਆਂ ਵੀ ਮੇਰੀਆਂ ਹੋਣਗੀਆਂ ਤੇ ਜੋ ਕੁਝ ਚੰਗਾ ਕਰੂੰਗਾ ਉਹ ਵੀ ਮੈਂ ਹੋਊਂਗਾ। ਜ਼ਿੰਮੇਵਾਰੀ ਉਹਨਾਂ ਨੇ ਆਪ ਹੀ ਇਸ ਗੱਲ ਦਾ ਐਲਾਨ ਕੀਤਾ ਕਿ ਮੇਰੇ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਵਧੀ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਦੇ ਉੱਤੇ ਕਾਫੀ ਵਧੀ ਆ। ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਹ ਜਾਣਦੇ ਨੇ, ਸਮਝਦੇ ਨੇ। ਹਾਲਾਂਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਇੱਕ ਕਮੇਡੀਅਨ ਜਾਂ ਇੱਕ ਸਟਾਇਰਿਸਟ ਵਾਲੇ ਕਰੈਕਟਰ ਦੇ ਤੌਰ ਤੇ ਜਾਣਦੇ ਨੇ, ਪਰ ਜਦੋਂ ਲੋਕ ਸਭਾ 'ਚ ਉਹਨਾਂ ਦੀਆਂ ਗੱਲਾਂ ਸੁਣਦੇ ਆ ਤੇ ਉਸ ਨਜ਼ਰੀਏ ਤੋਂ ਲੱਗਦਾ ਕਿ ਉਹ ਵਧੀਆ ਆਪਣੀ ਇਸ ਕਾਰਜਕਾਰੀ ਨੂੰ ਨਿਭਾ ਸਕਣਗੇ। ਆਉਣ ਵਾਲੇ ਦਿਨਾਂ ਵਿੱਚ ਕਿਵੇਂ ਦੀਆਂ ਵੋਟਾਂ ਪੈਂਦੀਆਂ ਨੇ, ਕਿਵੇਂ ਦਾ ਉਹ ਦਾਰੋ ਮਦਾਰ ਉਹਨਾਂ ਸਿਰ ਆਉਂਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਈਏ। ਇੱਕ ਪਿੰਡ ਤੁਸੀਂ ਸਤੌਜ ਦੀ ਗੱਲ ਕੀਤੀ, ਉੱਥੋਂ ਜੰਪਲ ਹੋ ਕੇ ਇੱਕ ਇਸ ਰੁਤਬੇ ਤੱਕ ਉਹ ਪਹੁੰਚ ਗਏ ਨੇ, ਮੈਂਬਰ ਪਾਰਲੀਮੈਂਟ ਵੀ ਨੇ ਤੇ ਉਹ ਵਧਾਈ ਦੇ ਪਾਤਰ ਨੇ। ਮਿਹਨਤ ਉਹਨਾਂ ਨੇ ਬਾਖੂਬੀ ਕੀਤੀ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਆਮ ਆਦਮੀ ਪਾਰਟੀ ਦੀ ਚੱਲ ਰਹੀ ਆ ਤੇ ਫਿਰੋਜ਼ਪੁਰ ਦਿਹਾਤੀ ਤੋਂ ਇਹਨਾਂ ਦਾ ਹੀ ਇੱਕ ਸਿਆਸਤਦਾਨ ਜਿਹੜਾ ਆ ਉਹ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਚਲਾ ਗਿਆ। ਸਵਲੀਨ ਜੀ, ਇਲੈਕਸ਼ਨ ਜਿਹੜੀਆਂ ਨੇ ਉਹ 1 ਮਹੀਨਾ ਦੂਰ ਨੇ, ਦਿਨ ਮਹੀਨੇ ਤੋਂ ਘਟ ਜਾਣੇ ਸੀ, ਪਰ ਚੋਣ ਕਮਿਸ਼ਨ ਨੇ ਕੁਝ ਗੱਲਾਂ ਮੰਨ ਕੇ ਤੇ 6 ਦਿਨ ਜਿਹੜੇ ਨੇ ਉਹ ਵਧਾ ਦਿੱਤੇ। ਐਤਵਾਰ ਨੂੰ ਕੱਢ ਲਈਏ ਤੇ ਹਫਤਾ ਇੱਕ ਵੱਡਾ ਮਿਲ ਗਿਆ ਹੈ ਪ੍ਰਚਾਰ ਪ੍ਰਸਾਰ ਲਈ। ਚੋਣਾਂ ਦੇ ਵਿੱਚ, ਲੋਕਾਂ ਦੇ ਵਿੱਚ ਚੋਣਾਂ ਦੇ ਸਮੇਂ ਦੌਰਾਨ ਆਪਣੀ ਗੱਲ ਰੱਖਣ ਲਈ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੂੰ। ਤੇ ਇਸੇ ਤਰੀਕੇ ਨਾਲ ਇਦਾਂ ਸਮਝ ਲਓ ਕਿ ਇੱਕ ਹਫਤਾ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਵੀ ਹੋਰ ਮਿਲ ਗਿਆ, ਇੱਧਰੋਂ ਉੱਧਰ ਜਾਣ ਲਈ ਤੇ ਉੱਧਰੋਂ ਇੱਧਰ ਜਾਣ ਲਈ। ਰੋਜ਼ ਇੰਨੀਆਂ ਕੁ ਟਪੂਸੀਆਂ ਵੱਜ ਰਹੀਆਂ ਨੇ ਕਿ ਜੇ ਉਹਨਾਂ ਦੀ ਗਿਣਤੀ ਤੇ ਹੀ ਪ੍ਰੋਗਰਾਮ ਕਰਨਾ ਹੋਵੇ ਤੇ ਜਿਹੜਾ ਸਾਡਾ ਅੱਧੇ ਘੰਟੇ ਦਾ ਟਾਈਮ ਆ ਉਹ ਘੱਟ ਨਜ਼ਰ ਆਵੇਗਾ। ਬਹੁਤ ਸਾਰੇ ਤੰਜ਼ ਇਹਨਾਂ ਤੇ ਕੱਸੇ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ ਕਿ ਕੌਣ ਕਦੋਂ ਕਿੱਧਰੋਂ ਕਿਹੜੇ ਵੇਲੇ ਚਲਾ ਜਾਵੇਗਾ। ਚੁਟਕਲਿਆਂ ਵਰਗੀਆਂ ਗੱਲਾਂ ਹੋਣ ਲੱਗ ਗਈਆਂ ਕਿ ਜੇਕਰ ਸ਼ਾਮ ਨੂੰ ਕੋਈ ਲੀਡਰ ਘਰ ਨਾ ਆਵੇ ਤਾਂ ਉਹਨਾਂ ਦੇ ਘਰਦਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹਨੂੰ ਕਿਹੜੀ ਪਾਰਟੀ ਦੇ ਦਫ਼ਤਰ ਤੋਂ ਲੱਭਣ ਜਾਈਏ।
ਰਾਤ ਨੂੰ ਜਦੋਂ ਸੌਂਦੇ ਆ ਤੇ ਕਿਸੇ ਹੋਰ ਪਾਰਟੀ 'ਚ ਹੁੰਦੇ ਨੇ, ਸਵੇਰੇ ਖਬਰ ਕਿਸੇ ਹੋਰ ਪਾਰਟੀ ਦੀ ਆ ਜਾਂਦੀ ਹੈ। ਇਹੋ ਜਿਹੇ ਚੁਟਕਲੇ ਇਹਨਾਂ ਦੇ ਉੱਤੇ ਬਣ ਗਏ ਤੇ ਮੈਨੂੰ ਲੱਗਦਾ ਜੇਕਰ ਕੋਈ ਵਰਲਡ ਰਿਕਾਰਡ ਇਹੋ ਜਿਹਾ ਹੋਵੇ, ਜੇ ਇਹਨਾਂ ਦੀ ਕਾਊਂਟਿੰਗ ਕੀਤੀ ਜਾਵੇ ਕਿ ਇਹਨਾਂ ਪਿਛਲੇ ਮਹੀਨੇ 1 ਮਹੀਨੇ ਦੇ ਅੰਦਰ ਕਿੰਨੇ ਲੀਡਰ ਕਿਹੜੀ ਪਾਰਟੀ ਛੱਡ ਕੇ ਕਿਹੜੇ ਪਾਸੇ ਗਏ, ਤੇ ਇੰਨੀ ਗਿਣਤੀ ਪੂਰੇ ਸਾਲ ਦੇ ਵਿੱਚ ਵੀ ਕਦੇ ਕਿਸੇ ਹੋਰ ਮੁਲਕ 'ਚ ਨਹੀਂ ਹੋਣੀ ਜਿੰਨੀ ਭਾਰਤ ਦੇ ਵਿੱਚ ਇਸ ਵੇਲੇ ਨਜ਼ਰ ਆ ਰਹੀ ਆ। ਖਾਸ ਤੌਰ ਤੇ ਸਾਡੇ ਸੂਬੇ ਦੇ ਵਿੱਚ ਜਾਂ ਫਿਰ ਉਹਦੇ ਵਿੱਚ ਤੁਸੀਂ ਉੱਤਰ ਪ੍ਰਦੇਸ਼ ਵੀ ਸ਼ਾਮਲ ਕਰ ਸਕਦੇ ਆ, ਉੱਥੇ ਵੀ ਹਾਲ ਜਿਹੜਾ ਆ ਇਹੋ ਜਿਹਾ ਹੀ ਹੈ। ਜਿੱਦਾਂ ਉਹ ਕਹਿੰਦੇ ਨੇ ਕਿ ਡੱਡੂਆਂ ਦੀ ਪੰਸੇਰੀ ਨੂੰ ਕਲਾਵੇ 'ਚ ਰੱਖਣਾ ਜਾਂ ਉਸ ਪੰਸੇਰੀ 'ਚ ਸਾਂਭ ਕੇ ਰੱਖਣਾ ਔਖਾ ਆ, ਕਦੀ ਇੱਕ ਛੜੱਪਾ ਮਾਰ ਜਾਂਦਾ ਤੇ ਕਦੀ ਦੂਜਾ। ਫਿਰੋਜ਼ਪੁਰ ਦਿਹਾਤੀ ਤੋਂ ਆਸ਼ੂ ਬਾਂਗੜ ਆਮ ਆਦਮੀ ਪਾਰਟੀ ਦੇ ਟਿਕਟ ਮਿਲ ਚੁੱਕੀ ਸੀ ਉਹਨਾਂ ਨੂੰ, ਦਸੰਬਰ ਨੂੰ ਜਿਹੜੀ ਉਹਨਾਂ ਦੀ ਸੂਚੀ ਆਈ ਸੀ। ਉਹਨਾਂ ਨੇ ਟਿਕਟ ਵੀ ਵਾਪਸ ਕਰਤੀ, ਪਾਰਟੀ ਵੀ ਛੱਡਤੀ ਤੇ ਕਾਂਗਰਸ ਵੀ ਜੁਆਇਨ ਕਰ ਲਈ, ਤੇ ਅਸਾਰ ਪੂਰੇ ਨੇ ਕਿ ਟਿਕਟ ਉਹਨਾਂ ਨੂੰ ਉਧਰੋਂ ਵੀ ਮਿਲ ਜਾਏਗੀ। ਇੱਥੋਂ ਜਿਹੜੇ ਇਹਨਾਂ ਤੋਂ ਬਾਅਦ ਹੋਰ ਇੱਕ ਉਮੀਦਵਾਰ ਸੀ ਉਹਨਾਂ ਨੂੰ ਪਾਰਟੀ ਟਿਕਟ ਦੇ ਦੇਵੇਗੀ, ਤੇ ਇੱਕ ਹੋਰ ਨਾਰਾਜ਼ ਸਨ ਉਹਨਾਂ ਨੂੰ ਕਿਸਾਨ ਪਾਰਟੀ ਤੋਂ ਟਿਕਟ ਮਿਲ ਚੁੱਕੀ ਹੈ। ਸੋ ਹਾਲਾਤ ਇਹ ਬਣੇ ਹੋਏ ਨੇ ਕਿ ਫਿਰੋਜ਼ਪੁਰ ਦਿਹਾਤੀ ਤੋਂ ਤਿੰਨੋਂ ਹੀ ਲੀਡਰ ਸੀ ਚੰਗੇ, ਤਿੰਨੋਂ ਹੀ ਆਮ ਆਦਮੀ ਪਾਰਟੀ ਦੇ ਸੀਕਰ ਸੀ। ਇੱਕ ਨੂੰ ਕਾਂਗਰਸ 'ਚ ਚਲੇ ਗਏ, ਦੂਜੇ ਨੂੰ ਕਿਸਾਨ ਪਾਰਟੀ ਵਾਲੇ ਲੈ ਗਏ, ਤੀਸਰੇ ਨੂੰ ਆਮ ਆਦਮੀ ਪਾਰਟੀ 'ਚ ਟਿਕਟ ਮਿਲ ਜਾਵੇਗੀ। ਉੱਥੇ ਬਾਕੀ ਕੌਣ-ਕੌਣ ਨੇ, ਕੀ ਨੇ, ਇਹ ਬਾਅਦ ਦੀ ਗੱਲ ਰਹਿ ਜਾਵੇਗੀ। ਪਰ ਜਿਹੜੀ ਇੱਕ ਵੱਡੀ ਗੱਲ ਹੋਰ ਸਾਹਮਣੇ ਆਈ ਹੈ ਸਵਲੀਨ ਜੀ, ਉਹਦੇ ਇਸ ਉਮੀਦਵਾਰ ਦੇ ਨਾਲ ਜਲੰਧਰ ਤੋਂ ਡਾਕਟਰ ਐਸੋਸੀਏਸ਼ਨ ਆ ਜਿਹੜੀ ਇਹਨਾਂ ਦੀ ਆਪ ਦਾ ਡਾਕਟਰ ਵਿੰਗ ਆ, ਉਹਦੇ ਉਪ ਪ੍ਰਧਾਨ ਸਨ, ਉਹਨਾਂ ਨੇ ਵੀ ਪਾਰਟੀ 'ਚੋਂ ਅਸਤੀਫਾ ਦਿੱਤਾ। ਤੇ ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਉਹੋ ਜਿਹੇ ਹੀ ਇਲਜ਼ਾਮ ਇਸ ਕੈਂਡੀਡੇਟ ਆਸ਼ੂ ਬਾਂਗੜ ਨੇ ਵੀ ਲਾਏ ਨੇ। ਰਾਘਵ ਚੱਡਾ ਦੇ ਉੱਤੇ ਉਹਨਾਂ ਨੇ ਕਾਫੀ ਇਲਜ਼ਾਮ ਜਿਹੜੇ ਨੇ ਲਾਏ ਨੇ। ਟਿਕਟ ਮਿਲਣ ਤੋਂ ਬਾਅਦ ਇਲਜ਼ਾਮ ਲੱਗਣੇ ਜਿਹੜੇ ਨੇ ਉਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਕਿ ਮੇਰੇ ਤੇ ਦਬਾਅ ਬਹੁਤ ਸੀ, ਆਬਜ਼ਰਵਰ ਤੰਗ ਕਰਦੇ ਸੀ ਤੇ ਪੈਸੇ ਦੀ ਮੰਗ ਵੀ ਹੋ ਰਹੀ ਸੀ। ਜਦੋਂ ਟਿਕਟ ਮਿਲ ਗਈ ਫਿਰ ਪੈਸੇ ਦੀ ਮੰਗ ਵਾਲੀ ਗੱਲ ਜਿਹੜੀ ਆ ਉਹ ਜਾਇਜ਼ ਨਹੀਂ ਲੱਗਦੀ। ਤੇ ਇਹ ਵੀ ਦੇਖਣਾ ਪਵੇਗਾ ਕਿ ਰਾਘਵ ਚੱਡਾ ਦੇ ਉੱਤੇ ਕੁਝ ਦਿਨ ਪਹਿਲਾਂ ਇਲਜ਼ਾਮ ਲੱਗੇ ਸਨ ਤੇ ਉਹਨਾਂ ਨੇ ਇੱਕ FIR ਜਿਹੜੀ ਆ ਦਰਜ ਕਰਾਈ ਸੀ, ਜਾਂ ਮਾਣਹਾਨੀ ਦਾ ਮੁਕੱਦਮਾ ਤੁਸੀਂ ਕਹੋ ਕਿ ਉਹ ਦਾਇਰ ਕਰ ਦਿੱਤਾ ਸੀ, FIR ਨਹੀਂ ਸੌਰੀ। ਸੋ ਇਸ ਤਰੀਕੇ ਦੇ ਨਾਲ ਜਿਹੜੀ ਪਾਰਟੀਆਂ ਦੇ ਵਿੱਚ ਉਠਾ ਪਟਕ ਚੱਲ ਰਹੀ ਆ ਉਹਦੇ ਨੂੰ ਤੁਸੀਂ ਇਦਾਂ ਹੀ ਸਮਝ ਸਕਦੇ ਆ ਕਿ ਹਰ ਉਹ ਲੀਡਰ ਜਿਹੜਾ ਕਿਸੇ ਵੀ ਪਾਰਟੀ 'ਚ ਜੁੜਿਆ ਹੋਇਆ ਇਸ ਵੇਲੇ ਇਹ ਦੇਖ ਰਿਹਾ ਕਿ ਉਹ ਕਿੱਥੇ ਖੜਾ ਹੋਵੇ ਜਿੱਥੋਂ ਉਹਨੂੰ ਵੋਟਾਂ ਵੱਧ ਮਿਲਣ ਤੇ ਜਿੱਥੋਂ ਉਹ ਜਿੱਤ ਸਕੇ। ਹੋ ਸਕਦਾ ਹੈ ਇਸ ਉਮੀਦਵਾਰ ਨੂੰ ਇਹ ਲੱਗਦਾ ਹੋਵੇ ਕਿ ਮੈਂ ਆਮ ਆਦਮੀ ਪਾਰਟੀ ਤੋਂ ਨਹੀਂ ਜਿੱਤ ਸਕਦਾ, ਜਾਂ ਕੁਝ ਅਜਿਹਾ ਹੋਵੇਗਾ ਜਿਸ ਕਰਕੇ ਉਹ ਪਾਰਟੀ ਨੂੰ ਛੱਡ ਕੇ ਦੂਜੇ ਪਾਸੇ ਚਲੇ ਗਏ। ਪਰ ਇਹ ਜਿਹੜੀ ਇਲਜ਼ਾਮ ਲਾਉਣ ਵਾਲੀ ਗੱਲ ਆ, ਅਸੀਂ ਬੀਤੇ ਦਿਨਾਂ 'ਚ ਦੇਖਿਆ ਸੀ ਕੇਜਰੀਵਾਲ ਸਾਹਿਬ ਨੇ ਵੀ ਕਿਸਾਨ ਅੰਦੋਲਨ ਦੇ ਲੋਕਾਂ ਵੱਲੋਂ ਲਾਏ ਹੋਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਸੀਗਾ ਕਿ ਤੁਸੀਂ ਇਲਜ਼ਾਮ ਜਿਹੜੇ ਨੇ ਪਬਲਿਕ ਕਰੋ ਸਬੂਤ, ਤੇ ਅਸੀਂ ਉਹਨਾਂ ਲੋਕਾਂ ਨੂੰ ਪਾਰਟੀ 'ਚੋਂ ਕੱਢ ਦਿਆਂਗੇ, ਬੇਸ਼ੱਕ ਸਾਨੂੰ ਉਹ ਟਿਕਟ ਜਿਹੜੀ ਆ ਉਹ ਖਾਲੀ ਛੱਡਣੀ ਪਵੇ। ਸੋ ਇੱਧਰ ਤੋਂ ਉੱਧਰ ਜਾਣ ਦਾ, ਇੱਧਰ ਤੋਂ ਉੱਧਰ ਜਾਣ ਦਾ ਤੇ ਉੱਧਰ ਤੋਂ ਇੱਧਰ ਆਉਣ ਦਾ ਜਿਹੜਾ ਸਿਲਸਿਲਾ ਆ ਉਹ ਬਾਦਸਤੂਰ ਜਾਰੀ ਆ। ਦੇਖਦੇ ਆ ਇਹ ਕਿੰਨੀ ਦੇਰ ਤੱਕ ਜਾਰੀ ਰਹਿੰਦਾ। ਜੀ ਸ਼ਰਮਾ ਜੀ, ਜੂਨ ਦੇ ਵਿੱਚ ਕੇਜਰੀਵਾਲ ਨੇ ਆ ਕੇ ਪੰਜਾਬ ਦੇ ਲੋਕਾਂ ਨੂੰ CM ਵਾਲੀ ਚੁੰਡੀ ਵੱਢੀ ਸੀ ਤੇ ਜਨਵਰੀ 'ਚ ਆ ਕੇ ਉਹਨਾਂ ਨੇ ਆਪਣੀ ਪਟਾਰੀ 'ਚੋਂ ਮਾਨ ਕੱਢਤਾ। ਪਰ ਗੱਲ ਹੁਣ ਇੱਥੇ ਕਾਂਗਰਸ ਦੀ ਕਰਦੇ ਆ। ਕਈਆਂ ਨੂੰ ਲੱਗਦਾ ਵੀ CM ਸਿੱਧੂ ਹੋ ਸਕਦੇ ਨੇ, ਬਹੁਤਿਆਂ ਨੂੰ ਲੱਗਦਾ ਕਿ ਚਰਨਜੀਤ ਚੰਨੀ ਹੋਣਗੇ। ਪਰ ਸੋਨੂ ਸੂਦ ਦੇ ਅੱਜ ਦੇ ਟਵੀਟ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕਾਂਗਰਸ ਦੇ CM ਬਾਰੇ। ਬਿਲਕੁਲ ਸਵਲੀਨ ਜੀ, ਇਹ ਗੱਲ ਦਰੁਸਤ ਹੈ ਕਿ ਆਮ ਆਦਮੀ ਪਾਰਟੀ ਨੇ ਜੂਨ ਤੋਂ ਲੈ ਕੇ ਜਨਵਰੀ 'ਚ 6-7 ਮਹੀਨੇ ਲਾਤੇ, ਪਰ ਉਹਨਾਂ ਨੇ ਚਿਹਰਾ ਜਿਹੜਾ ਹੈ ਐਲਾਨ ਕਰ ਦਿੱਤਾ। ਤੇ ਹੁਣ ਜ਼ਾਹਿਰ ਤੌਰ ਤੇ ਜਿਹੜੀਆਂ ਸੂਈਆਂ ਨੇ ਉਹ ਕਾਂਗਰਸ ਵਾਲੇ ਪਾਸੇ ਘੁੰਮ ਜਾਣਗੀਆਂ, ਸਾਰੇ ਹੀ ਮੀਡੀਆ ਦੀਆਂ ਤੇ ਸਾਰੇ ਹੀ ਪੰਜਾਬ ਦੀਆਂ ਵੀ ਤੁਸੀਂ ਕਹਿ ਸਕਦੇ ਆ ਕਿ ਇਧਰਲੇ ਪਾਸੇ ਚਿਹਰਾ ਜਿਹੜਾ ਆ ਉਹ ਕੌਣ ਹੋਵੇਗਾ। ਕਾਂਗਰਸ ਦੀ ਹਾਈ ਕਮਾਂਡ, ਆਲਾ ਕਮਾਂਡ ਜਾਂ ਦਿੱਲੀ ਵਾਲੀ ਜਿਹੜੀ ਟੀਮ ਆ ਉਹ ਇਹ ਗੱਲ ਕਹਿ ਚੁੱਕੀ ਆ ਕਿ ਅਸੀਂ ਇਹ ਚੋਣਾਂ ਜਿਹੜੀਆਂ ਨੇ ਉਹ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਦੇ ਨਾਮ ਤੇ ਲੜਨੀਆਂ ਨੇ। ਜਾਖੜ ਸਾਹਿਬ ਆਪ ਇਲੈਕਸ਼ਨ ਨਾ ਲੜਨ ਦੇ ਮਨ 'ਚ ਨੇ, ਉਹਨਾਂ ਦੀ ਟਿਕਟ ਜਿਹੜੀ ਆ ਉਹਨਾਂ ਦੇ ਭਤੀਜੇ ਨੂੰ ਦੇ ਦਿੱਤੀ ਗਈ। ਤੇ ਚੰਨੀ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਨੇ। ਤੇ ਜਦੋਂ ਅੱਜ ਇੱਕ ਟਵੀਟ ਦੀ ਤੁਸੀਂ ਗੱਲ ਕੀਤੀ ਤੇ ਕਾਂਗਰਸ ਦੇ ਜਿਹੜੇ ਪ੍ਰਭਾਰੀ ਨੇ ਉਹਨਾਂ ਨੇ ਕਿਹਾ ਕਿ 111 ਦਿਨ ਦਾ ਜਿਹੜਾ ਸਾਡਾ ਕੰਮ ਹੈ ਉਹੀ ਸਾਡਾ ਚਿਹਰਾ ਹੋਵੇਗਾ। ਉਸ ਤੋਂ ਵੀ ਲੱਗਦਾ ਹੈ ਕਿ ਕਾਂਗਰਸ ਚਰਨਜੀਤ ਸਿੰਘ ਚੰਨੀ ਨੂੰ ਵੀ ਆਪਣਾ ਚਿਹਰਾ ਬਣਾ ਕੇ ਰੱਖਣਾ ਚਾਹੁੰਦੀ ਹੈ ਜੀ। ਤੇ ਜਦੋਂ ਅਸੀਂ ਕਾਂਗਰਸ ਦੇ ਰਾਸ਼ਟਰੀ ਪੱਧਰ ਦੀ ਪੋਲਿਟਿਕਸ ਨੂੰ ਦੇਖੀਏ, ਜਿਸ ਜਗ੍ਹਾ ਦੇ ਉੱਤੇ ਉਹ ਖੜੇ ਹੋਏ ਨੇ, ਨਾ ਤੇ ਉਹਨਾਂ ਕੋਲ ਜਿਹੜੀਆਂ ਪਿਛੜਿਆ ਹੋਇਆ ਸਮਾਜ ਜਿਹਨੂੰ ਅਸੀਂ OBC ਜਾਂ SC ਸਮਾਜ ਜਾਂ ਦਲਿਤ ਸਮਾਜ ਕਹਿੰਦੇ ਆ ਉਹਨਾਂ ਦੀਆਂ ਵੋਟਾਂ ਉਹਨਾਂ ਕੋਲ ਬਚੀਆਂ ਹੋਈਆਂ ਨੇ। ਤੇ BJP ਦੀ ਰਾਜਨੀਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਕੋਲ ਜਿਹੜੀਆਂ ਜਨਰਲ ਵੋਟਾਂ ਨੇ ਜਾਂ ਜਿਹਨੂੰ ਅਸੀਂ ਬ੍ਰਾਹਮਣ ਜਾਂ ਹਿੰਦੂ ਵੋਟਾਂ ਕਹਿੰਦੇ ਆ ਉਹ ਵੀ ਉਹਨਾਂ ਕੋਲ ਨਹੀਂ ਬਚੀਆਂ ਹੋਈਆਂ।
ਤੇ ਇਸ ਨਜ਼ਰੀਏ ਤੋਂ ਇਹ ਗੱਲ ਉਹਨਾਂ ਨੂੰ ਦੋਨੋਂ ਤਰੀਕੇ ਨਾਲ ਫਿੱਟ ਬੈਠਦੀ ਹੈ ਕਿ ਜੇਕਰ ਉਹ ਚਰਨਜੀਤ ਸਿੰਘ ਚੰਨੀ ਦੇ ਚਿਹਰੇ ਨੂੰ ਸਾਹਮਣੇ ਲੈ ਕੇ ਚੱਲਦੇ ਨੇ ਤੇ ਯੂਪੀ ਦੇ ਵਿੱਚ ਇਸ ਤੋਂ ਬਾਅਦ ਵੀ ਕਾਫੀ ਪੜਾਅ ਹਨ ਵੋਟਾਂ ਦੇ, ਮਣੀਪੁਰ ਦੇ ਵਿੱਚ ਵੀ ਵੋਟਾਂ ਬਾਅਦ ਵਿੱਚ ਹਨ ਤੇ ਇਸੇ ਸਾਲ ਦੇ ਵਿੱਚ ਵੋਟਾਂ ਹਿਮਾਚਲ ਤੇ ਗੁਜਰਾਤ ਵਿੱਚ ਵੀ ਆਉਣੀਆਂ ਹਨ, ਜਿੱਥੇ ਕਾਂਗਰਸ ਦੀ ਸਥਿਤੀ ਹਿਮਾਚਲ 'ਚ ਤਾਂ ਠੀਕ ਠਾਕ ਹੈ ਤੇ ਗੁਜਰਾਤ ਵਿੱਚ ਵੀ ਪਹਿਲਾਂ ਨਾਲੋਂ ਸੁਧਰਨ ਦੇ ਅਸਾਰ ਜਾਪਦੇ ਹਨ। ਜੇਕਰ ਉਹ ਦਲਿਤ ਭਾਈਚਾਰੇ ਦੇ ਪੰਜਾਬ ਵਰਗੀ ਸਟੇਟ ਦੇ ਵਿੱਚ ਇੱਕ ਮੁੱਖ ਮੰਤਰੀ ਨੂੰ ਲੈ ਕੇ ਅੱਗੇ ਵਧਦੇ ਹਨ ਤੇ ਉਹਨਾਂ ਨੂੰ ਆਸਾਰ ਲੱਗਦੇ ਹਨ ਕਿ ਵੋਟ ਪਰਸੈਂਟੇਜ ਉਹਨਾਂ ਦੀ ਬਾਕੀ ਸੂਬਿਆਂ 'ਚ ਵੱਧ ਸਕਦੀ ਹੈ। ਤੇ ਜੇਕਰ ਹਿੰਦੂ ਭਾਈਚਾਰੇ ਦੀ ਜਾਂ ਬ੍ਰਾਹਮਣ ਸਮਾਜ ਦੀ ਵੋਟ ਗੱਲ ਕਰੀਏ, ਬੀਜੇਪੀ ਦੀ ਉਸੇ ਹਿੰਦੂ ਵਾਲੀ ਰਾਜਨੀਤੀ ਨੂੰ ਟੱਕਰ ਦੇਣ ਦੀ ਗੱਲ ਕਰੀਏ ਤੇ ਸੁਨੀਲ ਜਾਖੜ ਵੀ ਉਸ ਪੈਂਤਰੇ 'ਚ ਫਿੱਟ ਬੈਠਦੇ ਨੇ। ਪੰਜਾਬ ਦੀ ਗੱਲ ਕਰੀਏ, ਪੰਜਾਬ ਮਾਡਲ ਦੀ ਗੱਲ ਕਰੀਏ ਤੇ ਸਮਝ ਉਹਨਾਂ ਨੂੰ ਇਹ ਵੀ ਲੱਗਦੀ ਹੈ ਕਿ ਸਿੱਧੂ ਵਰਗਾ ਤੇਜ਼ ਤਰਾਰ ਨੇਤਾ ਉਹਨਾਂ ਕੋਲ ਪੰਜਾਬ 'ਚ ਵੀ ਹੈ ਨਹੀਂ ਤੇ ਹੋਰ ਬਾਹਰਲੀਆਂ ਸਟੇਟਾਂ ਵਿੱਚ ਵੀ ਉਹਨਾਂ ਕੋਲ ਘੱਟ ਹੀ ਅਜਿਹੇ ਲੀਡਰ ਹਨ। ਇਸ ਤੋਂ ਪਹਿਲਾਂ ਕਾਂਗਰਸ ਗਲਤੀਆਂ ਕਰ ਚੁੱਕੀ ਹੈ, ਮੱਧ ਪ੍ਰਦੇਸ਼ ਵਰਗੀ ਸਟੇਟ ਨੂੰ ਉਹ ਆਪਣੇ ਖਾਤੇ 'ਚੋਂ ਗਵਾ ਚੁੱਕੀ ਹੈ, ਜਿੱਥੇ ਉਹਨਾਂ ਨੇ ਕਮਲਨਾਥ ਨੂੰ ਸੀਟ ਦਿੱਤੀ ਤੇ ਜੋਤਿਰਾਦਿੱਤਿਆ ਸਿੰਧੀਆ ਨਾਰਾਜ਼ ਹੋ ਕੇ ਚਲੇ ਗਏ ਤੇ ਸਰਕਾਰ ਜਿਹੜੀ ਉਹ ਟੁੱਟ ਗਈ। ਹੁਣ ਪੰਜਾਬ ਉਹਨਾਂ ਲਈ ਇੱਕ ਫਸੀ ਹੋਈ ਸਥਿਤੀ ਜਿਹੜੀ ਆ ਉਹ ਲੱਗਦੀ ਹੈ। ਹਾਈ ਕਮਾਂਡ ਇਹਨੂੰ ਇਵੇਂ ਹੀ ਅੱਗੇ ਹੌਲੀ ਹੌਲੀ ਲੈ ਕੇ ਜਾਣਾ ਚਾਹੁੰਦੇ ਨੇ ਕਿ ਜਿੱਤਣ ਤੋਂ ਬਾਅਦ ਦੇਖਾਂਗੇ। ਜਿੱਦਾਂ ਅਸੀਂ ਬਹੁਤ ਵਾਰ ਸਮੱਸਿਆ ਦਾ ਹੱਲ ਨਹੀਂ ਜਾਣਦੇ ਤੇ ਫਿਰ ਉਹਦੇ ਤੇ ਟਰਕੋਲੋਜੀ ਕਰਦੇ ਹਾਂ ਕਿ ਟਰਕਾਈ ਜਾਓ ਜਦ ਤੱਕ ਲਟਕਦੀ ਆ, ਲਟਕਾਈ ਜਾਓ ਉਸ ਤੋਂ ਬਾਅਦ 'ਚ ਦੇਖਾਂਗੇ। ਪਰ ਨਵਜੋਤ ਸਿੰਘ ਸਿੱਧੂ ਇਸ ਗੱਲ ਨੂੰ ਜਾਣਦੇ ਨੇ ਕਿ ਪ੍ਰਚਾਰ ਪ੍ਰਸਾਰ ਉਹਨਾਂ ਤੋਂ ਕਰਵਾ ਲਿਆ ਜਾਵੇਗਾ ਤੇ ਬਾਅਦ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਜਿਹੜਾ ਭਰੋਸਾ ਕਾਂਗਰਸ ਦੀ ਟੌਪ ਲੀਡਰਸ਼ਿਪ ਵੱਲੋਂ, ਚਾਹੇ ਉਹ ਪ੍ਰਿਯੰਕਾ ਗਾਂਧੀ ਹੋਵੇ ਚਾਹੇ ਉਹ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਹੈ, ਉਹਨਾਂ ਨੂੰ ਉਹਦੇ ਤੇ ਵੀ ਬਹੁਤਾ ਯਕੀਨ ਜਾਪਦਾ ਨਹੀਂ, ਕਿਉਂਕਿ ਉਹ ਜਿਹੜੀਆਂ ਸਾਜ਼ਿਸ਼ਾਂ ਜਾਂ ਜੋਕਰ ਘਟਨਾਕ੍ਰਮ ਆਲੇ ਦੁਆਲੇ ਦੇਖਦੇ ਨੇ ਉਹਦੇ ਤੋਂ ਲੈ ਕੇ ਉਹ ਵਿਚਲਿਤ ਹੋ ਜਾਂਦੇ ਨੇ। ਸੋਨੂ ਸੂਦ ਦੀ ਤੁਸੀਂ ਗੱਲ ਕੀਤੀ, ਇਸ ਘਟਨਾਕ੍ਰਮ ਦੇ ਵਿੱਚ ਉਹ ਇਦਾਂ ਲੱਗਦਾ ਕਿ ਜਿੱਦਾਂ ਉਹ ਆਪਣੇ ਉਹਨਾਂ ਨੇ ਜਾਂ ਤੇ ਮਨ ਦੀ ਗੱਲ ਕਹਿਤੀ ਹੋਵੇ, ਕਿਉਂਕਿ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਸਾਰਿਆਂ ਦਾ ਮਨ ਕੀ ਬਾਤ ਕਹਿਣ ਨੂੰ ਬਹੁਤ ਦਿਲ ਕਰਦਾ ਤੇ ਸੋਸ਼ਲ ਮੀਡੀਆ ਤੇ ਸਾਡੇ ਕੋਲ ਬਹੁਤ ਸਾਰੇ ਪਲੇਟਫਾਰਮ ਐਸੇ ਨੇ ਜਿੱਥੇ ਵੀ ਅਸੀਂ ਗੱਲ ਰੱਖ ਦਈਏ। ਜੇਕਰ ਤੁਸੀਂ ਸੈਲੀਬ੍ਰਿਟੀ ਹੋ, ਤੁਹਾਡੀ ਗੱਲ ਥੋੜੀ ਜਿਹੀ ਟਿੱਚਰ ਵਾਲੀ ਹੋਵੇ, ਥੋੜੀ ਜਿਹੀ ਉਹ ਤਿੱਖੀ ਹੋਵੇ ਤੇ ਉਹ ਫੈਲ ਝੱਟ ਜਾਂਦੀ ਹੈ। ਸੋਨੂ ਸੂਦ ਦੀ ਭੈਣ ਨੇ ਮੋਗੇ ਤੋਂ ਟਿਕਟ ਲੈ ਲਈ ਹੈ। ਸੋਨੂ ਸੂਦ ਵੱਡੇ ਸਮਾਜਿਕ ਕਾਰਜਕਰਤਾ ਦੇ ਤੌਰ ਤੇ ਉੱਭਰੇ ਹਨ, ਸਮਾਜ ਸੇਵਕ ਦੇ ਤੌਰ ਤੇ ਹਨ, ਕਲਾਕਾਰ ਵੀ ਹਨ ਤੇ ਉਹਨਾਂ ਦੀ ਜਿਹੜੀ ਸੈਲੀਬ੍ਰਿਟੀ ਫੇਸ ਵੀ ਹੈ। ਉਹਨਾਂ ਨੇ ਕਾਂਗਰਸ ਦੇ ਨੈਸ਼ਨਲ ਹੈਂਡਲ ਦੇ ਉੱਤੇ, ਟਵਿੱਟਰ ਹੈਂਡਲ ਤੇ ਜਿਹੜੀ ਗੱਲ ਕੀਤੀ ਕਿ ਮੁੱਖ ਮੰਤਰੀ ਦਾ ਚਿਹਰਾ ਬੈਕ ਬੈਂਚਰ ਚੋਂ ਹੋਣਾ ਚਾਹੀਦਾ। ਜਿੰਨੀ ਕੁ ਮੇਰੀ ਸਮਝ ਸੀ, ਬੈਕ ਬੈਂਚਰ ਅਸੀਂ ਨਲਾਇਕ ਵਿਦਿਆਰਥੀਆਂ ਨੂੰ ਜਾਂ ਪਿੱਛੇ ਬੈਠਣ ਵਾਲਿਆਂ ਨੂੰ ਕਿਹਾ ਕਰਦੇ ਸੀ। ਹੁਣ ਉਹਨਾਂ ਨੇ ਕੀ ਸੋਚ ਕੇ ਕਿਹਾ ਇਹ ਤੇ ਅਸੀਂ ਨਹੀਂ ਕਹਿ ਸਕਦੇ। ਜਿਹੜੀ ਦੂਸਰੀ ਉਹਨਾਂ ਨੇ ਗੱਲ ਕੀਤੀ ਕਿ ਅਜਿਹਾ ਚਿਹਰਾ ਮੁੱਖ ਮੰਤਰੀ ਹੋਵੇ ਜਿਹੜਾ ਇਹ ਨਾ ਕਵੇ ਕਿ ਮੈਂ ਮੁੱਖ ਮੰਤਰੀ ਬਣਨਾ, ਸਗੋਂ ਉਹਨੂੰ ਫੜ ਕੇ ਲਿਆ ਕੇ ਬਿਠਾਇਆ ਜਾਵੇ। ਇਹ ਵੀ ਆਪਣੀ ਆਪਣੀ ਸਮਝ ਦੀ ਗੱਲ ਹੈ ਕਿ ਤੁਸੀਂ ਉਸ ਚੀਜ਼ ਤੋਂ ਕੀ ਦੇਖਣਾ ਚਾਹੁੰਦੇ ਆ ਤੇ ਕੀ ਕਹਿਣਾ ਚਾਹੁੰਦੇ ਆ। ਪਰ ਉਹਨਾਂ ਦੀਆਂ ਗੱਲਾਂ ਦੇ ਮਾਇਨੇ ਇਹੋ ਜਿਹੇ ਹੀ ਨਿਕਲਦੇ ਨੇ ਕਿ ਜਿੱਦਾਂ ਚਰਨਜੀਤ ਸਿੰਘ ਚੰਨੀ ਕਿਸੇ ਲਾਈਨ 'ਚ ਨਹੀਂ ਸਨ ਜਦੋਂ ਕੈਪਟਨ ਸਾਹਿਬ ਦੀ ਬਰਖਾਸਤਗੀ ਜਾਂ ਰੁਖਸਤੀ ਹੋਈ ਸੀ, ਤੇ ਹੋ ਸਕਦਾ ਹੈ ਕਿ ਸੋਨੂ ਸੂਦ ਇਸ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੁਟਣਗੇ ਆਉਣ ਵਾਲੇ ਦਿਨਾਂ ਵਿੱਚ, ਹੋਰ ਕਿਤੇ ਨਹੀਂ ਤੇ ਆਪਣੀ ਭੈਣ ਲਈ ਤੇ ਪ੍ਰਚਾਰ ਕਰਨਗੇ ਹੀ। ਤੇ ਉਹਨਾਂ ਦੇ ਇਸ ਟਵੀਟ ਨੂੰ ਇਸ ਤਰੀਕੇ ਦੇ ਨਾਲ ਲਿਆ ਜਾਵੇ ਕਿ ਉਹ ਚੰਨੀ ਦਾ ਜਿਹੜਾ ਨਾਮ ਹੈ ਉਹ ਸਪਾਂਸਰ ਕਰ ਰਹੇ ਨੇ ਜਾਂ ਉਹਦੀ ਫਰਮਾਇਸ਼ ਕਰ ਰਹੇ ਨੇ ਜਾਂ ਉਹਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਸੋਨੂ ਸੂਦ ਏਡਾ ਵੱਡਾ ਨਿਰਣਾਇਕ ਚਿਹਰਾ ਹਨ ਪੰਜਾਬ ਕਾਂਗਰਸ ਦੇ ਵਿੱਚ, ਖਾਸ ਤੌਰ ਤੇ। ਸੋ ਜਿਹੜੀ ਹਾਈ ਕਮਾਂਡ ਹੈ ਉਹ ਇਹਨਾਂ ਤਿੰਨਾਂ ਚਿਹਰਿਆਂ ਨੂੰ ਲੈ ਕੇ ਚੱਲਣਾ ਚਾਹੁੰਦੀ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਸਿੱਧੂ ਸਾਹਿਬ ਚਾਹੁੰਦੇ ਨੇ ਕਿ ਉਹਨਾਂ ਦਾ ਨਾਮ ਜਿਹੜਾ ਹੈ ਉਹ ਫਾਰਵਰਡ ਕੀਤਾ ਜਾਵੇ, ਕਿਉਂਕਿ ਉਹ ਪਿਛਲੇ 5 ਸਾਲ ਆਪਣੇ ਇੱਕ MLA-ਸ਼ਿਪ ਦੇ ਸਮੇਂ ਦੇ ਦੌਰਾਨ ਹੋਰ ਕੁਝ ਨਾ ਕਰਕੇ ਸਿਰਫ ਔਰ ਸਿਰਫ MLA ਹੀ ਰਹੇ। ਮਿਨਿਸਟਰੀ ਉਹਨਾਂ ਨੂੰ ਦਿੱਤੀ ਗਈ, ਬਾਅਦ 'ਚ ਜਲਦੀ ਵਾਪਸ ਲੈ ਲਈ ਗਈ, ਜਿਹੜੀ ਹੋਰ ਦਿੱਤੀ ਗਈ ਉਹਨਾਂ ਨੇ ਐਕਸੈਪਟ ਨਹੀਂ ਕੀਤੀ ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਕੁਝ ਕਰ ਸਕਦੇ ਨੇ ਜੇਕਰ ਸਾਰੀ ਪਾਵਰ ਉਹਨਾਂ ਦੇ ਕੋਲ ਹੋਵੇ। ਹਾਈ ਕਮਾਂਡ ਇਸ ਪਾਵਰ ਨੂੰ ਦਿੰਦੀ ਆ ਨਹੀਂ ਦਿੰਦੀ, ਉਹਨਾਂ ਦੇ ਕੀ ਹੋਰ ਰੁਝੇਵੇਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਉਹਨਾਂ ਦੇ ਕੀ ਸਵਾਰਥ ਹੋਰ ਨੇ, ਕੀ ਉਹਨਾਂ ਦੀ ਥਾਟ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੈ, ਤਾਂ ਉਹੀ ਦੱਸ ਸਕਦੇ ਨੇ। ਜੀ ਮੁੱਦੇ ਹਾਲੇ ਕੁਝ ਹੋਰ ਵੀ ਨੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਆ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਅਸੀਂ ਕਾਂਗਰਸ ਦੀ ਕਰ ਰਹੇ ਹਾਂ। ਜੇ ਗੱਲ ਮੁੱਖ ਮੰਤਰੀ ਚੰਨੀ ਹੋਰਾਂ ਦੇ ਭਰਾ ਮਨੋਹਰ ਸਿੰਘ ਦੀ ਕਰੀਏ ਜਾਂ
ਰਾਣੇ ਦੇ ਪੁੱਤਰ ਦੀ ਗੱਲ ਕਰੀਏ ਤੇ ਗੁਰਜੀਤ ਰਾਣੇ ਦੇ ਪੁੱਤਰ ਦੀ ਗੱਲ ਕਰੀਏ ਤੇ ਦੋਨੋਂ ਬਾਗੀ ਸੁਰਾਂ 'ਚ ਨੇ, ਤੁਹਾਨੂੰ ਕੀ ਲੱਗਦਾ ਕਿ ਪਾਰਟੀ ਇਹਨਾਂ ਨੂੰ ਮਨਾਏਗੀ ਜਾਂ ਫਿਰ ਇਹਨਾਂ ਦੇ ਬਗਾਵਤੀ ਸੁਰ ਚੱਲਣ ਦੇ ਰੌਂਚ ਹੈ ਪਾਰਟੀ? ਸਵਲੀਨ ਜੀ, ਜਦੋਂ ਚੋਣਾਂ ਦੇ ਐਲਾਨ ਹੋ ਜਾਂਦੇ ਨੇ ਤੇ ਸਭ ਤੋਂ ਔਖਾ ਕੰਮ ਵੱਡੀਆਂ ਪਾਰਟੀਆਂ ਲਈ ਟਿਕਟ ਦੇਣ ਦਾ ਹੀ ਹੁੰਦਾ ਹੈ, ਕਿਉਂਕਿ ਰਾਜਨੀਤੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਧਿਆਨ ਹੈ, ਬਹੁਤ ਸਾਰੇ ਲੋਕ ਲੀਡਰ ਬਣਨਾ ਚਾਹੁੰਦੇ ਨੇ। ਇਹਨਾਂ ਇਲੈਕਸ਼ਨ ਤੋਂ ਬਾਅਦ ਹੀ ਅਗਲੀਆਂ ਇਲੈਕਸ਼ਨ ਦੀ ਉਡੀਕ ਜਿਹੜੀ ਲੀਡਰਾਂ ਵੱਲੋਂ ਸ਼ੁਰੂ ਕਰ ਦਿੱਤੀ ਜਾਣੀ ਹੈ। ਕਿਸੇ ਦੀ ਮੌਤ ਹੋ ਜਾਵੇ ਤੇ ਸਭ ਤੋਂ ਪਹਿਲਾਂ ਇਹੀ ਦੇਖਿਆ ਜਾਣ ਲੱਗ ਗਿਆ ਹੈ ਅਗਲੇ ਕੁਝ ਘੰਟਿਆਂ ਬਾਅਦ ਹੀ ਕਿ ਇਸ ਸੀਟ ਦਾ ਹੁਣ ਵਾਰਿਸ ਕੌਣ ਹੋਵੇਗਾ। ਅੱਜ ਇੱਕ ਬੰਦਾ ਸੀਟ ਛੱਡ ਕੇ ਜਾਂਦਾ ਤੇ 3-4 ਪਹਿਲਾਂ ਖੜੇ ਹੁੰਦੇ ਨੇ ਕਿ ਮੈਂ ਲੜਨੀ ਹੈ। ਹਾਲਾਂਕਿ ਅਸੀਂ ਮਹਿੰਗੀਆਂ ਇਲੈਕਸ਼ਨਸ ਦੀ ਗੱਲ ਵੀ ਕਰਦੇ ਹਾਂ, ਇਲੈਕਸ਼ਨਸ ਵਿੱਚ ਖਰਚਿਆਂ ਦੀ ਗੱਲ ਵੀ ਕਰਦੇ ਹਾਂ, ਪਰ ਇਸ ਸਭ ਦੇ ਬਾਵਜੂਦ ਵੀ ਜਿਹੜੀ ਗੱਲ ਹੈ ਉਹ ਉੱਥੇ ਬਣੀ ਹੋਈ ਹੈ ਕਿ ਲੀਡਰ ਬਣਨ ਦੀ ਇੱਛਾ ਹਰ ਬੰਦੇ ਦੀ ਹੈ। ਬਹੁਤ ਦਿਨਾਂ ਤੋਂ ਜਿਹੜੀ ਸੀਟ ਉਹਦੇ ਤੇ ਸੀ, ਸੁਲਤਾਨਪੁਰ ਲੋਧੀ ਤੋਂ ਰੌਲਾ ਸੀ ਕਿ ਰਾਣਾ ਗੁਰਜੀਤ ਜਿਹੜੇ ਕਿ ਆਪ ਮੈਂਬਰ ਨੇ, ਵਿਧਾਨ ਸਭਾ ਦੇ ਮੰਤਰੀ ਵੀ ਰਹੇ, ਫਿਰ ਮੰਤਰੀ ਪੁਣੇ ਤੋਂ ਲਾਹ ਦਿੱਤੇ ਗਏ ਰੇਤ ਮਾਈਨਿੰਗ ਨਾਲ ਜੁੜੇ ਹੋਣ ਕਰਕੇ। ਖਾਨਸਾਮਾ ਸ਼ਬਦ ਬੜਾ ਮਸ਼ਹੂਰ ਹੋ ਗਿਆ ਕਿ ਉਹਨਾਂ ਦੇ ਰਸੋਈਏ ਦੇ ਨਾਂ ਤੇ ਖੱਡਾਂ ਸੀ ਤੇ ਉਹਨਾਂ ਨੂੰ ਲਾਹ ਦਿੱਤਾ ਗਿਆ ਜਾਂ ਕੁਰਸੀ ਉਹਨਾਂ ਨੂੰ ਛੱਡਣੀ ਪਈ। ਕੈਪਟਨ ਸਾਹਿਬ ਦੇ ਬਹੁਤ ਨੇੜੇ ਦੱਸੇ ਜਾਂਦੇ ਸੀ, ਪਰ ਦੇਖੋ ਸਮੇਂ ਨੇ ਕੈਸੀ ਕਰਵਟ ਲਈ ਕਿ ਕੈਪਟਨ ਸਾਹਿਬ ਚਲੇ ਗਏ ਤੇ ਉਹਨਾਂ ਕੋਲ ਮਿਨਿਸਟਰੀ ਵਾਪਸ ਆ ਗਈ। ਖੈਰ, ਤੁਹਾਡਾ ਅੱਜ ਦਾ ਸਵਾਲ ਕਿਸੇ ਹੋਰ ਪਾਸੇ ਹੈ। ਉਹਨਾਂ ਦੇ ਬੇਟੇ, ਉਹਨਾਂ ਨੂੰ ਵੀ ਰਾਣਾ ਇੰਦਰ ਕਿਹਾ ਜਾਂਦਾ ਹੈ, ਸ਼ਾਇਦ ਰਾਣਾ ਇੰਦਰ ਪ੍ਰਤਾਪ ਸਿੰਘ ਜਾਂ ਇੰਦਰਪਾਲ ਸਿੰਘ, ਉਹ ਉਹਨਾਂ ਦੇ ਬਿਜ਼ਨਸ ਦੇ ਵਿੱਚ ਬਹੁਤ ਸਾਰਾ ਜਿਹੜਾ ਉਹਨਾਂ ਦਾ ਹੈ ਉਹਦੇ ਵਿੱਚ ਦੇਖਦੇ ਨੇ ਤੇ ਉਹ ਆਪਣੇ ਆਪ ਨੂੰ ਬਹੁਤ ਦਿਨਾਂ ਤੋਂ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਐਲਾਨ ਰਹੇ ਸਨ ਆਪਣੇ ਆਪ ਤੋਂ। ਫਿਰ ਨਵਜੋਤ ਸਿੰਘ ਸਿੱਧੂ ਦੀ ਉਹਨਾਂ ਦੇ ਹਲਕੇ ਵਿੱਚ ਰੈਲੀ ਹੁੰਦੀ ਆ ਤੇ ਉਹ ਉੱਥੋਂ ਨਵਤੇਜ ਚੀਮਾ ਨੂੰ ਉਮੀਦਵਾਰ ਐਲਾਨ ਦਿੰਦੇ ਨੇ। ਪਹਿਲੀ ਸੂਚੀ ਆਉਂਦੀ ਆ ਤੇ ਟਿਕਟ ਜਿਹੜੀ ਆ ਉਹ ਨਵਤੇਜ ਚੀਮਾ ਨੂੰ ਦੇ ਦਿੱਤੀ ਜਾਂਦੀ ਹੈ। ਰਾਣਾ ਜੀ ਪਹਿਲਾਂ ਤੇ ਬਹੁਤ ਵਾਰ ਤਾ ਦੇ ਕੇ ਕਹਿੰਦੇ ਸੀ ਕਿ ਮੇਰਾ ਬੇਟਾ ਹੀ ਲੜੇਗਾ, ਫਿਰ ਬਾਅਦ ਵਿੱਚ ਥੋੜ੍ਹੇ ਜਿਹੇ ਨਰਮ ਹੋਏ ਨਜ਼ਰ ਆਏ ਕਿ ਮੈਨੂੰ ਟਿਕਟ ਮਿਲਣੀ ਹੈ ਜਾਂ ਨਹੀਂ ਮਿਲਣੀ ਉਹ ਪ੍ਰਧਾਨ ਸਾਹਿਬ ਨੇ ਜਾਂ ਪਾਰਟੀ ਨੇ ਤੈਅ ਕਰਨਾ ਹੈ। ਹੁਣ ਰੌਲਾ ਫਿਰ ਪਹੁੰਚਿਆ ਹੈ ਉਸ ਗੱਲ ਦੇ ਉੱਤੇ, ਖਬਰ ਆਈ ਹੈ ਕਿ ਰਾਣਾ ਗੁਰਜੀਤ ਦੇ ਬੇਟੇ ਨੇ ਉੱਥੋਂ ਆਜ਼ਾਦ ਚੋਣ ਲੜਨ ਦੀ ਜਿਹੜੀ ਆ ਉਹ ਹਾਮੀ ਭਰ ਦਿੱਤੀ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਸੀਟ ਬੱਸੀ ਪਠਾਣਾ ਤੋਂ ਹੈ, ਜਿੱਥੇ ਮੁੱਖ ਮੰਤਰੀ ਦੇ ਭਰਾ ਡਾਕਟਰ ਮਨੋਹਰ ਸਿੰਘ ਜਿਹੜੇ ਕਿ ਪੇਸ਼ੇ ਤੋਂ ਡਾਕਟਰ ਨੇ, SMO ਵੀ ਦੱਸੇ ਜਾਂਦੇ ਨੇ, ਉਹ ਕਹਿੰਦੇ ਨੇ ਕਿ ਮੈਂ ਵੀ ਇੱਥੋਂ ਸੀਟ ਲੜਨ ਦੀ ਗੱਲ ਉਹਨਾਂ ਨੇ ਵੀ ਕੀਤੀ ਸੀ। ਤੇ ਉੱਥੋਂ ਦੇ ਜਿਹੜੇ ਵਿਧਾਇਕ JP ਨੇ ਉਹਨਾਂ ਦੇ ਹੱਕ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਹੀ ਰੈਲੀ ਕੀਤੀ ਸੀ ਤੇ ਪਹਿਲੀ ਟਿਕਟ ਦੇ ਵਿੱਚ JP ਸਾਹਿਬ ਦਾ ਨਾਮ ਜਿਹੜਾ ਉਹ ਆ ਗਿਆ ਸੀ। ਤੇ ਖਬਰ ਮੁੱਖ ਮੰਤਰੀ ਦੇ ਭਰਾ ਨੇ ਵੀ ਇਹੀ ਲਗਵਾਈ ਅਖਬਾਰ ਦੇ ਵਿੱਚ ਕਿ ਮੈਂ ਆਜ਼ਾਦ ਚੋਣ ਲੜਾਂਗਾ। ਸੋ ਪਾਰਟੀ ਦੇ ਵਿੱਚ ਏਡੀ ਵੱਡੇ ਅਹੁਦੇ ਤੇ ਬੈਠੇ ਹੋਏ ਮੁੱਖ ਮੰਤਰੀ ਦੇ ਭਰਾ, ਜਦੋਂ ਮੁੱਖ ਮੰਤਰੀ ਦਾ ਸਕਾ ਭਰਾ ਜਦੋਂ ਇੱਕ ਵੱਖਰੀ ਚੋਣ ਲੜਨ ਦੀ ਗੱਲ ਕਰੇ ਤੇ ਫਿਰ ਸਮੱਸਿਆ ਵੀ ਵੱਡੀ ਹੈ ਤੇ ਉਹਦੇ ਅਰਥ ਵੀ ਵੱਡੇ ਨੇ। ਰਾਜਨੀਤੀ ਦੇ ਵਿੱਚ ਉਹਦੀ ਹਲਚਲ ਹੋਣੀ ਤੇ ਉਸ ਖਬਰ ਤੇ ਉੱਤੇ ਚਰਚਾ ਹੋਣੀ ਵੀ ਜਿਹੜੀ ਆ ਜ਼ਾਹਿਰ ਜਿਹੀ ਗੱਲ ਹੈ। ਇਸੇ ਤਰੀਕੇ ਦੇ ਨਾਲ ਰਾਣਾ ਗੁਰਜੀਤ ਵਾਲੀ ਜਿਹੜੀ ਗੱਲ ਹੈ, ਉਹਨਾਂ ਦੇ ਵੀ ਉਹ ਵੀ ਮੰਤਰੀ ਨੇ, ਸੀਨੀਅਰ ਲੀਡਰ ਨੇ ਪੰਜਾਬ ਦੇ, ਤੇ ਉਹਨਾਂ ਦਾ ਬੇਟਾ ਵੀ ਜੇ ਪਾਰਟੀ ਤੋਂ ਆਜ਼ਾਦ ਚੋਣ ਲੜਦਾ ਤੇ ਖਬਰ ਉਹਦੇ ਤੇ ਵੀ ਜਿਹੜੀ ਆ ਉਹ ਬਣਦੀ ਹੈ। ਇਸ ਖਬਰ ਦਾ ਜੇ ਇੱਕ ਹੋਰ ਪਹਿਲੂ ਅਸੀਂ ਸਵਲੀਨ ਜੀ ਵਿਚਾਰੀਏ ਤੇ ਮੁੱਖ ਮੰਤਰੀ ਸਾਹਿਬ ਨੇ ਅੱਜ ਕਿਹਾ ਕਿ ਉਹਨਾਂ ਦੇ ਭਰਾ ਜਦੋਂ ਉੱਥੇ CMO ਸਨ ਤੇ ਉਹਨਾਂ ਦੇ ਜਿਹੜੇ ਉੱਥੇ ਦੇ ਵਿਧਾਇਕ ਨੇ ਉਹਨਾਂ ਨਾਲ ਉਹਨਾਂ ਦੀ ਖਟਪਟੀ ਹੋ ਗਈ, ਅਸੀਂ ਵਿਧਾਇਕ ਕਹਿ ਦਿੰਦੇ ਆ ਜਾਂ MLA ਕਹਿ ਲਈਏ, ਉਹਨਾਂ ਦੇ ਨਾਲ ਉਹਨਾਂ ਦੀ ਕਿਸੇ ਗੱਲੋਂ ਅਣਬਣ ਹੋ ਗਈ ਤੇ ਵਿਧਾਇਕ ਨੇ ਉਹਨਾਂ ਦੀ ਬਦਲੀ ਕਰਵਾ ਦਿੱਤੀ। ਇਸ ਕਰਕੇ ਭਰਾ ਉਹਨਾਂ ਤੋਂ ਨਾਰਾਜ਼ ਚੱਲਦੇ ਨੇ ਤੇ ਇਸੇ ਕਰਕੇ ਉਹ ਚੋਣ ਲੜਨਾ ਚਾਹੁੰਦੇ ਨੇ। ਹੁਣ ਪੰਜਾਬ ਦੇ ਆਮ ਵੋਟਰ, ਮੀਡੀਆ ਦੇ ਦਰਸ਼ਕ ਇਸ ਖਬਰ ਨੂੰ ਜਦੋਂ ਸੁਣਦੇ ਨੇ, ਪੜ੍ਹਦੇ ਨੇ ਤਾਂ ਫਿਰ ਉਹਨਾਂ ਦੇ ਮਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਰਾਜਨੀਤੀ ਦੇ ਵਿੱਚ ਬਹੁਤ ਸੁਧਾਰਾਂ ਦੀ ਗੱਲ ਕਰਦੇ ਨੇ ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੈਂ ਸਾਰੀ ਉਮਰ ਕਰਪਸ਼ਨ ਦੂਰ ਨਹੀਂ ਕਰ ਸਕਦਾ, ਜੇ ਸਿਸਟਮ ਚੰਗਾ ਹੋ ਜਾਏ ਤੇ ਕੁਝ ਹੋ ਸਕਦਾ ਜੀ। ਜੇਕਰ ਮੁੱਖ ਮੰਤਰੀ ਨਹੀਂ ਵੀ ਸਨ ਚਰਨਜੀਤ ਸਿੰਘ ਚੰਨੀ ਤੇ ਉਹ ਮਿਨਿਸਟਰ ਸਨ ਤੇ ਉਹਨਾਂ ਦੇ ਭਰਾ ਡਾਕਟਰ ਹਨ, ਉਹਨਾਂ ਦੀ ਇੱਕ ਬਦਲੀ ਹੋ ਜਾਣੀ, ਬਦਲੀ ਇਰਾਦਤਨ ਕੀਤੀ ਗਈ ਜਾਂ ਸਾਜ਼ਿਸ਼ਨ ਕੀਤੀ ਗਈ, ਇੱਕ ਜਾਂਚ ਦਾ ਵਿਸ਼ਾ ਹੋ ਸਕਦਾ। ਜੇਕਰ ਇੱਕ ਸਰਕਾਰੀ ਮੁਲਾਜ਼ਮ ਆਪਣੀ ਬਦਲੀ ਤੋਂ ਨਾਰਾਜ਼ ਹੋ ਕੇ ਆਪਣੀ ਨੌਕਰੀ ਛੱਡ ਕੇ ਇਲੈਕਸ਼ਨ ਲੜਨ ਦੀ ਜਿਹੜੀ ਆ ਉਹ ਇੱਛਾ ਪਾਲਦਾ ਹੈ ਤੇ ਲੋਕ ਇਹਨੂੰ ਕਿਵੇਂ ਦੇਖਣਗੇ ਤੇ ਕਿਵੇਂ ਸਮਝਣਗੇ। ਜੇਕਰ ਇੱਕ ਮੰਤਰੀ ਦੇ ਭਰਾ ਦੀ ਬਦਲੀ ਵੀ ਦੂਸਰਾ MLA ਕਰਵਾ ਰਿਹਾ ਹੈ ਤੇ ਫਿਰ ਇਹ ਲੋਕ ਚੰਗੀ ਗਵਰਨੈਂਸ ਦੇਣ ਦੀਆਂ ਗੱਲਾਂ ਕਿਹੜੇ ਮੂੰਹ ਨਾਲ ਕਰਦੇ ਨੇ? ਸਰਕਾਰਾਂ ਕਿਸ ਕੰਮ ਲਈ ਚੱਲਦੀਆਂ ਨੇ? ਕਿ ਸਿਰਫ ਔਰ ਸਿਰਫ ਬਦਲੀਆਂ ਕਰ ਦੇਣੀਆਂ ਹੀ ਸਾਰਾ ਕੁਝ ਹੈ?
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਲੋਕਾਂ ਦੇ ਧਿਆਨ ਵਿੱਚ ਆਉਂਦੀਆਂ ਵੀ ਨੇ, ਪਰ ਅਸੀਂ ਕਈ ਵਾਰ ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਫਿਰ ਅਸੀਂ ਕਿਹਾ ਜਾਂਦਾ ਕਿ ਲੋਕਾਂ ਦੀ ਜਿਹੜੀ ਯਾਦ ਸ਼ਕਤੀ ਆ ਉਹ ਬੜੀ ਕਮਜ਼ੋਰ ਹੁੰਦੀ ਆ, ਅਸੀਂ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਆ ਤੇ ਨਵੀਆਂ ਯਾਦ ਰੱਖ ਲੈਂਦੇ ਆ। ਤੇ ਫ੍ਰੀ ਬੀਜ਼ ਮੁਫਤ 'ਚ ਸਾਨੂੰ ਕੌਣ ਕੀ ਦੇ ਰਿਹਾ, ਜਿਵੇਂ ਤੁਸੀਂ ਦੱਸ ਰਹੇ ਸੀ ਕਿ ਇੱਕ ਸੂਝਵਾਨ ਬੰਦੇ ਨੂੰ ਜਦੋਂ ਤੁਸੀਂ ਪੁੱਛਿਆ ਕਿ ਵੋਟ ਕਿਹਨੂੰ ਪਾਉਣੀ ਹੈ ਤੇ ਉਹ ਕਹਿੰਦਾ ਵੋਟ ਤੇ ਮੈਂ ਉਸੇ ਪਾਰਟੀ ਨੂੰ ਪਾਉਣੀ ਆ ਜਿਹੜਾ ਮੇਰਾ ਰਾਸ਼ਨ ਵਾਲਾ ਕਾਰਡ ਜਿਹੜਾ ਆ ਉਹ ਬਣਾ ਕੇ ਦੇਣਗੇ। ਸੋ ਅਸੀਂ ਬਹੁਤ ਚੀਜ਼ਾਂ ਲਈ ਰਾਜਨੀਤੀ ਤੋਂ ਇਹੋ ਜਿਹੀ ਤਵੱਕੋ ਰੱਖਦੇ ਹਾਂ ਕਿ ਸਾਡਾ ਜਿਹੜਾ ਫਾਇਦਾ ਹੋ ਜਾਏ ਤੇ ਸਟੇਟ ਲਈ ਕੁਝ ਚੰਗਾ ਹੋਣਾ, ਸਾਡੇ ਲਈ ਨੌਕਰੀਆਂ ਦਾ ਪ੍ਰਬੰਧ ਹੋਣਾ, ਸਿਹਤ ਸੇਵਾਵਾਂ ਦਾ ਪ੍ਰਬੰਧ ਹੋਣਾ, ਐਜੂਕੇਸ਼ਨ ਸਿੱਖਿਆ ਦਾ ਕੁਝ ਪ੍ਰਬੰਧ ਹੋਣਾ, ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਣੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣ ਚਾਹੇ ਨਾ ਹੋਣ, ਸਾਨੂੰ ਸਾਡਾ ਜਿਹੜਾ ਛੋਟੇ ਮਫਾਦ ਨੇ ਉਹ ਵੱਡੇ ਨਜ਼ਰ ਆਉਂਦੇ ਨੇ। ਸੋ ਹੁਣ ਚੰਨੀ ਸਾਹਿਬ ਬੇਸ਼ੱਕ ਕਹਿ ਰਹੇ ਨੇ ਕਿ ਆਪਣੇ ਭਰਾ ਨੂੰ ਮਨਾ ਲਿਆ ਜਾਵੇਗਾ, ਉਹ ਬਹੁਤ ਨਾਰਾਜ਼ ਨਹੀਂ ਹਨ, ਉਹ ਆਪਣੇ ਹੀ ਹਨ। ਉਹ ਮਨਾ ਲਿਆ ਜਾਵੇਗਾ ਜਾਂ ਨਹੀਂ ਮਨਾ ਲਿਆ ਜਾਵੇਗਾ ਉਹ ਬਾਅਦ ਦੀ ਗੱਲ ਹੈ, ਪਰ ਕਿਹੋ ਜਿਹੀ ਪ੍ਰਸਥਿਤੀਆਂ ਦੇ ਵਿੱਚ ਇਹ ਲੀਡਰ ਗੁਜ਼ਰਦੇ ਨੇ, MLA ਬਦਲੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹ ਗੱਲ ਦੇਖੋ, ਇਹ ਮੁੱਖ ਮੰਤਰੀ ਸਾਹਿਬ ਆਪ ਕਹਿ ਰਹੇ ਨੇ, ਇਹ ਕੋਈ ਹੋਰ ਬੰਦਾ ਨਹੀਂ ਕਹਿ ਰਿਹਾ। ਸੋ ਇਸ ਵੇਲੇ ਕੌਣ ਕਿੱਥੇ ਜਾ ਰਿਹਾ ਉਹ ਬਾਅਦ ਦੀ ਗੱਲ ਹੈ, ਪਰ ਉਹਦੇ ਜਿਹੜੀ ਪਿੱਛੇ ਜੋ ਕੁਝ ਹੋ ਰਿਹਾ, ਜੋ ਕੁਝ ਬੀਤ ਰਿਹਾ, ਜਿਹੋ ਜਿਹੀਆਂ ਚੀਜ਼ਾਂ ਘਟਨਾਵਾਂ ਘਟਦੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖ ਕੇ ਜੇਕਰ ਲੋਕ ਵੋਟਾਂ ਪਾਉਣਗੇ ਤੇ ਫਿਰ ਇਹਨਾਂ ਜਿਹੜੇ ਜੰਮੇ ਹੋਏ ਸਿਆਸਤਦਾਨ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਪਵੇਗਾ। ਜੀ ਸ਼ਰਮਾ ਜੀ, ਜਿੱਥੇ ਅਸੀਂ ਰਵਾਇਤੀ ਪਾਰਟੀਆਂ ਦੀ ਗੱਲ ਕਰ ਰਹੇ ਹਾਂ ਉੱਥੇ ਹੀ ਨਵੀਂ ਸਿਆਸਤ 'ਚ ਕੁੱਦੇ ਅਸੀਂ ਕਿਸਾਨਾਂ ਨੂੰ ਵੀ ਪਿੱਛੇ ਨਹੀਂ ਛੱਡ ਸਕਦੇ। ਕੁਝ ਦਿਨ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਦੇ ਵਿੱਚ ਮਤਭੇਦ ਨਜ਼ਰ ਆ ਰਹੇ ਸੀ। ਚੜੂਨੀ ਹੋਰੀ ਕਹਿ ਰਹੇ ਸੀ ਕਿ ਰਾਜੇਵਾਲ ਜਿਹੜੇ ਨੇ ਆਪਣੀ ਜ਼ੁਬਾਨ ਤੋਂ ਫਿਰ ਰਹੇ ਨੇ, ਮੇਰਾ ਫੋਨ ਨਹੀਂ ਚੁੱਕਦੇ, ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੇ ਨੇ, ਤੇ ਹੁਣ ਇਹਨਾਂ ਦਾ ਗੱਠਜੋੜ ਹੋ ਗਿਆ। ਕਿਵੇਂ ਨਿਬੜੀ ਹੈ ਜੀ ਗੱਲ? ਬਿਲਕੁਲ ਸਵਲੀਨ ਜੀ, ਤੁਸੀਂ ਜਿਹੜੀ ਨਵੀਆਂ ਪਾਰਟੀਆਂ ਦੀ ਜਾਂ ਨਵੇਂ ਪਲੇਅਰਾਂ ਦੀ ਗੱਲ ਕੀਤੀ ਆ ਉਹਦੇ ਤੋਂ ਹੀ ਇਦਾਂ ਤੁਸੀਂ ਸਮਝ ਸਕਦੇ ਆ ਇਸ ਗੱਲ ਨੂੰ ਕਿ ਉਹਨਾਂ ਨੂੰ ਹਾਲੇ ਰਾਜਨੀਤੀ ਜਿਹੜੀ ਆ ਉਨੀ ਥੱਲੇ ਦੇ ਸਤਹ ਤੱਕ ਕਰਨੀ ਨਹੀਂ ਆਉਂਦੀ। ਉਹ ਜੇ ਲੜੇ ਵੀ 2-4 ਦਿਨ ਆਪਸ ਦੇ ਵਿੱਚ ਕਿਸੇ ਗੱਲ ਨੂੰ ਤੇ ਫਿਰ ਇੱਕ ਹੋ ਗਏ ਨੇ। ਚੜੂਨੀ, ਗੁਰਨਾਮ ਸਿੰਘ ਚੜੂਨੀ ਜੋ ਕਿ ਹਰਿਆਣੇ ਦੇ ਵੱਡੇ ਲੀਡਰ ਸਨ, ਪੰਜਾਬ ਵਿੱਚ ਬਹੁਤ ਸਮਾਂ ਪਹਿਲਾਂ ਕਿਸਾਨ ਅੰਦੋਲਨ ਚੱਲਦਿਆਂ ਹੀ ਉਹਨਾਂ ਨੇ ਕਹਿਤਾ ਸੀਗਾ ਕਿ ਸੰਯੁਕਤ ਸੰਘਰਸ਼ ਮੋਰਚਾ ਜਾਂ ਸੰਯੁਕਤ ਸੰਘਰਸ਼ ਪਾਰਟੀ ਜਾਂ ਕਮੇਟੀ ਉਹਨਾਂ ਨੇ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਉਦੋਂ ਵੀ ਅਸੀਂ 1-2 ਪ੍ਰੋਗਰਾਮਾਂ ਵਿੱਚ ਗੱਲ ਕੀਤੀ ਸੀ ਕਿ ਬਾਅਦ ਵਿੱਚ ਇਹ ਜਿਹੜੇ ਬਾਕੀ ਲੋਕ ਨੇ ਉਹ ਵੀ ਰਾਜਨੀਤੀ ਦੇ ਵਿੱਚ ਆਉਣਗੇ ਤੇ ਇਹ ਇਕੱਠੇ ਹੋ ਕੇ ਲੜਨਗੇ। ਬੀਤੇ 2 ਦਿਨ ਪਹਿਲਾਂ ਇਹ ਗੱਲ ਜ਼ਰੂਰ ਸਾਹਮਣੇ ਆਈ ਸੀ। ਚੜੂਨੀ ਸਾਹਿਬ ਨੇ ਇਹ ਇਲਜ਼ਾਮ ਲਾਏ ਸਨ ਕਿ ਦੂਸਰੇ ਜਿਹੜੇ ਲੀਡਰ ਨੇ ਉਹਨਾਂ ਦੀ ਗੱਲ ਨਹੀਂ ਸੁਣਦੇ, ਫੋਨ ਨਹੀਂ ਚੁੱਕਦੇ, ਪਰ ਕੱਲ ਫਿਰ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਨਾਲ ਸਹਿਮਤੀ ਦੇ ਦਿੱਤੀ ਹੈ ਤੇ ਇੱਕੋ ਮੰਚ ਤੇ ਇਕੱਠੇ ਹੋ ਕੇ ਚੋਣਾਂ ਲੜਨ ਦੀ ਗੱਲ ਉਹਨਾਂ ਨੇ ਕੀਤੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਉਹਨਾਂ ਨੂੰ ਸਮਰਥਨ ਵੀ ਮਿਲ ਰਿਹਾ ਹੈ, ਕੁਝ ਸੀਟਾਂ ਵੀ ਉਹਨਾਂ ਨੇ ਐਲਾਨ ਦਿੱਤੀਆਂ ਹਨ ਤੇ ਚੜੂਨੀ ਸਾਹਿਬ ਨੂੰ ਮੇਰੇ ਖਿਆਲ 10 ਸੀਟਾਂ ਜਿਹੜੀਆਂ ਦੇਣੀਆਂ ਉਹ ਮੰਨ ਲਈਆਂ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੇ ਆਪਣੇ ਉਮੀਦਵਾਰ ਹੈ ਉਹਨਾਂ ਦਾ ਐਲਾਨ ਕਰ ਦੇਣਗੇ। ਤੁਸੀਂ ਇਸ ਗੱਲ ਨੂੰ ਫਿਰ ਉਸੇ ਗੱਲ ਤੱਕ ਲੈ ਕੇ ਜਾ ਸਕਦੇ ਹਾਂ ਕਿ ਇਹ ਇੱਕ ਦੂਸਰੇ ਤੇ ਜੇਕਰ ਥੋੜੇ ਬਹੁਤ ਕਿਸੇ ਗੱਲੋਂ ਨਾਰਾਜ਼ ਵੀ ਹੁੰਦੇ ਨੇ ਤੇ ਛੇਤੀ ਨੇੜੇ ਹੋ ਜਾਂਦੇ ਨੇ। ਇੱਕ ਤੇ ਸੰਘਰਸ਼ ਦਾ ਬਹੁਤ ਲੰਬਾ ਸਮਾਂ ਇਹ ਇਕੱਠੇ ਰਹੇ ਤੇ ਦੂਸਰਾ ਹਾਲੀ ਇਹ ਬਹੁਤ ਪੀੜੇ ਜਾਂ ਬਹੁਤ ਪੱਕੇ ਜਾਂ ਬਹੁਤ ਮੰਝੇ ਹੋਏ ਸਿਆਸਤਦਾਨ ਨਹੀਂ ਹਨ। ਹਾਲਾਂਕਿ ਮੈਨੇਜ ਉਹ ਬਹੁਤ ਚੰਗਾ ਕਰਦੇ ਰਹੇ ਨੇ ਤੇ ਕਰ ਵੀ ਲੈਣਗੇ। ਵੋਟਾਂ ਕਿਵੇਂ ਮਿਲਦੀਆਂ ਨੇ ਉਹ ਬਾਅਦ ਦੀ ਗੱਲ ਹੈ, ਪਰ ਉਹਨਾਂ ਨੇ ਇੱਕ ਮੰਚ ਜ਼ਰੂਰ ਬਣਾ ਲਿਆ ਹੈ। ਜੀ ਬਿਲਕੁਲ ਸ਼ਰਮਾ ਜੀ, ਸਿਆਸਤ ਦਾ ਨਸ਼ਾ ਬੜਾ ਬਾਕਮਾਲ ਹੈ। ਯੂਪੀ ਦਾ ਇੱਕ ਪੁਰਸ਼ ਹੈ, ਹਸਨੂ ਰਾਮ ਉਹਦਾ ਨਾਂ ਆ, 93 ਵਾਰ ਉਹ ਇਲੈਕਸ਼ਨ ਲੜ ਚੁੱਕਾ ਤੇ 94 ਵਾਰ ਬਿਲਕੁਲ ਤਿਆਰ ਹੈ। ਕਹਿੰਦਾ ਜਦੋਂ ਤੱਕ ਮੇਰੀ ਜਾਨ ਹੈ, ਮੇਰੇ ਅੰਦਰ ਸਾਹ ਨੇ, ਮੈਂ ਇਲੈਕਸ਼ਨ ਲੜਨੀ ਹੈ। ਇੰਨਾ ਵੀ ਭਲਾ ਕੀ ਨਸ਼ਾ ਹੋਇਆ ਸਿਆਸਤ ਦਾ। ਖੈਰ, ਹੁਣ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ। ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।